सतनाम वाहिगुरु साहिब जी। सतनाम वाहिगुरु साहिब जी। दीन दर्द दुख पंजना कट कट नाथ अनाथ। शरण तुम्हारी आयो नानक के प्रभ साथ। हे प्राणनाथ गोबिंद है कृपा निधान जगद गुरो। हे संसार ताप हरण है करुणा में सब दुख हरो। हे शरण जोग दयाल है दीनानाथ मया करो। शरीर स्वस्थ क्षीण समय सिमरंत नानक राम दामोदर माधव है। राम जपो जी ऐसे ऐसे ध्रुव प्रहलाद जप्यो हर जैसे। दीन दयाल परोसे तेरे सब परिवार चढ़ाया बेड़े। बेसुमार अथाह अगनत तुलै जो बुलावो त्यों नानक दास बोले। सतनाम वाहिगुरु साहिब जी। सतनाम वाहिगुरु साहिब जी। कबीर लोग के निंदे बपुड़ा देह मन नाही ज्ञान। राम कबीरा रव रहे अवर तजे सब काम। कबीर परदेसी कै घागरै चहो दिस लागी आग। खिंथा जले कोयला पई तागे आँच न लाग। कबीर खिंथा जल कोयला पई खापर फूट मफूट। जोगी बपुड़ा खेल्यो आसन रही विपूत। कबीर थोरै जल माशुली तीवर मिल्यो जाल। एह टोगन ना छूट सहे फिर कर समुंद समाल। एह टोगन है ना छूट सहे
ਫਿਰ ਕਰ ਸਮੁੰਦ ਸਮਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਗੁਰੂ ਗਰੀਬ ਨਿਵਾਜ ਪਤਿਤ ਪਾਵਨ ਭਗਤ ਵਛਲ ਕਿਰਪਾ ਨਿਧ ਦਇਆ ਨਿਧ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਨ ਦਇਆਲ ਪਾਤਸ਼ਾਹ, ਤੇਰਾਂ ਦੀ ਅਪਾਰ ਮਿਹਰਮਤ ਹੈ, ਦਇਆ ਬਖਸ਼ਿਸ਼ ਹੈ, ਜੋ ਸਤਿਗੁਰੂ ਸਾਹਿਬ ਜੀ ਨੇ ਸਾਨੂੰ ਸਭ ਨੂੰ ਨਦਰ ਕਰਕੇ ਨਵਾਜ਼ਿਸ਼ ਕਰਕੇ ਆਪਣੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸਤ ਸੰਗਤ ਰੂਪ ਵਿੱਚ ਜੁੜ ਕੇ ਅੰਮ੍ਰਿਤਮਈ ਬਾਣੀ ਦੇ ਕੀਰਤਨ ਸ਼ਬਦ ਵਿਚਾਰ ਦੇ ਸਦਕਾ ਸਾਡੇ ਅਧਿਆਤਮਿਕ ਜੀਵਨ ਦੀ ਸਫਲਤਾ ਨੂੰ ਪ੍ਰਾਪਤ ਕਰਨ ਦਾ ਅਵਸਰ ਬਖਸ਼ਿਸ਼ ਕਰਕੇ ਨਵਾਜ਼ਿਸ਼ ਕੀਤੀ ਹੈ ਜੀ। ਸਤਿਗੁਰੂ ਕੀ ਬਖਸ਼ਿਸ਼ ਨੂੰ ਕੀਰਤਨ ਰੂਪ ਦੇ ਵਿੱਚ ਮਾਨਣ ਦਾ, ਪ੍ਰਾਪਤ ਕਰਨ ਦਾ ਨਿਰਮਲ ਯਤਨ ਕਰ ਰਹੇ ਸੀ। ਬੜੇ ਸੁਭਾਗਸ਼ਾਲੀ ਹੋ। ਸਤਿਗੁਰੂ ਸਾਹਿਬ ਜੀ ਬਾਣੀ ਦੇ ਅੰਤਰਗਤ ਬਖਸ਼ਿਸ਼ ਕਰਦੇ ਹਨ, ਅੰਤਰ ਗੁਰ ਆਰਾਧਣਾ ਜਿਹਵਾ ਜਪ ਗੁਰ ਨਾਉ, ਨੇਤਰੀ ਸਤਿਗੁਰ ਪੇਖਣਾ ਸ਼ਰਵਣੀ ਸੁਣਨਾ ਗੁਰ ਨਾਉ। ਸਤ ਸੰਗਤ ਵਿੱਚ ਬੈਠ ਕੇ ਗੁਰਸਿੱਖ ਨੇ ਜਿਸ ਅੰਤਰ ਹਿਰਦੇ ਦੇ ਵਿੱਚ ਸੰਸਾਰ ਦੇ, ਦੁਨੀਆਦਾਰੀ ਦੇ ਜਾਂ ਮਾਇਆ ਦੇ ਬਿਖਮਈ ਖਿਆਲ ਆਉਣੇ ਹਨ, ਉੱਥੇ ਗੁਰ ਸਰੂਪ ਦੇ ਗਿਆਨ ਨੂੰ, ਕੀਰਤਨ ਦੀ ਧੁਨ ਨੂੰ ਵਸਾਉਣਾ ਹੈ। ਅਤੇ ਜਿਹੜੀ ਜ਼ੁਬਾਨ ਹੈ ਉਹ ਵੀ ਜਦੋਂ ਹਿਰਦੇ ਵਿੱਚ ਵਸ ਗਿਆ ਤਾਂ ਆਪਣੇ ਆਪ ਪ੍ਰਭੂ ਦੇ ਗੁਣ ਕੱਥਦੀ ਹੈ। ਅਤੇ ਜਿਹੜੇ ਨੇਤਰ ਹਨ ਅਗਰ ਖੁੱਲ੍ਹੇ ਹਨ ਤਾਂ ਸਤਿਗੁਰੂ ਕਾ ਪ੍ਰਤੱਖ ਦਰਸ਼ਨ, ਅਗਰ ਮੁੰਦੇ ਹੋਏ ਹਨ ਨੇਤਰ ਤਾਂ ਉਹਨਾਂ ਨੇਤਰਾਂ ਦੇ ਅੰਦਰ ਗੁਰੂ ਕੀ ਪ੍ਰਕਾਸ਼ਮਈ ਨਿਰਮਲ ਮੂਰਤ ਦਾ ਵਾਸ ਹੋਵੇ। ਤਾਂ ਗੁਰੂ ਸਾਹਿਬ ਜੀ ਕਹਿੰਦੇ ਜਿਹੜੇ ਇਸ ਪ੍ਰਕਾਰ ਸਾਧਨਾ ਕਰਦੇ ਹਨ ਉਹ ਸਤਿਗੁਰੂ ਕੀ ਮਿਹਰਾਮਤ ਦੇ ਪਾਤਰ ਬਣਦੇ ਨੇ। ਆਪ ਜੀ ਬੜੇ ਸੁਭਾਗਸ਼ਾਲੀ ਹੋ ਜੋ ਇਸ ਪ੍ਰਕਾਰ ਗੁਰੂ ਕੀ ਕਿਰਪਾ ਨੂੰ ਮਾਣਦੇ ਹੋ। ਗੁਰੂ ਕੀ ਅਪਾਰ ਕਿਰਪਾ ਸਦਕਾ ਭਗਤ ਸਿਰਮੌਰ ਭਗਤ ਕਬੀਰ ਸਾਹਿਬ ਜੀ ਦੇ ਲੜੀਵਾਰ ਸਲੋਕਾਂ ਦੀ ਆਪ ਜੀ ਵਿਆਖਿਆ ਸ਼ਰਵਣ ਕਰ ਰਹੇ ਹੋ। ਪਾਵਨ ਸਲੋਕਾਂ ਦੀ ਲੜੀਵਾਰ ਵਿਆਖਿਆ ਪ੍ਰਾਰੰਭ ਕਰਨ ਤੋਂ ਪਹਿਲਾਂ ਬੜੇ ਅਦਬ ਸਹਿਤ ਉਚਾਰਨ ਕਰੋ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਕਬੀਰ ਲੋਗ ਕੇ ਨਿੰਦੈ ਬਪੁੜਾ, ਜਿਹ ਮਨ ਨਾਹੀ ਗਿਆਨ। ਭਗਤ ਕਬੀਰ ਸਾਹਿਬ ਜੀ ਨੇ ਲੜੀਵਾਰ ਸਲੋਕਾਂ ਦੇ ਅੰਤਰਗਤ ਪਿਛਲੇ ਸਲੋਕਾਂ ਵਿੱਚ ਬਖਸ਼ਿਸ਼ ਕੀਤੀ ਸੀ ਕਿ ਬਹੁਤ ਵਿਰਲੇ ਇਨਸਾਨ ਹਨ ਜਾਂ ਬਹੁਤ ਹੀ ਘੱਟ ਜਿਹੜੇ ਆਪਣੇ ਜਿਉਂਦੇ ਜੀ ਪੰਜਾਂ ਦੂਤਾਂ ਦੀ ਮਾਰ ਤੋਂ ਬਿਲਕੁਲ ਨਿਰਲੇਪ ਹੋ ਜਾਂਦੇ ਹਨ, ਮੁਕਤ ਹੋ ਜਾਂਦੇ ਹਨ। ਅਤੇ ਇਸੇ ਪ੍ਰਕਾਰ ਪੰਜਾਂ ਤੋਂ ਮੁਕਤ ਹੋਣਾ ਹੈ ਤਾਂ ਆਪਣਾ ਮਨ ਗੁਰੂ ਨੂੰ ਸੌਂਪ ਕੇ ਅਤੇ ਗੁਰੂ ਕੋਲੋਂ ਤੱਤ ਗਿਆਨ ਦੀ ਦਾਤ ਨੂੰ ਲੈ ਕੇ ਮਨੁੱਖ ਅਭਿਆਸ ਕਰੇ ਤਾਂ ਸਹਿਜ ਹੀ ਉਹ ਮੁਕਤ ਹੋ ਸਕਦਾ ਹੈ। ਅਤੇ ਨਾਲ ਹੀ ਇਹ ਨਾ ਸਮਝ ਲਵੇ ਮਨੁੱਖ ਕਿ ਦੁਨੀਆਦਾਰੀ ਦੇ ਭੋਗ ਬੜੇ ਚੰਗੇ ਹਨ ਜਾਂ ਬਹੁਤ ਸਾਰਥਕ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਖੁਆਰੀ ਕਰਨ ਵਾਲੇ ਹਨ। ਇਸੇ ਪ੍ਰਕਾਰ ਅੰਤਿਮ ਸ਼ਲੋਕ ਵਿੱਚ ਬਖਸ਼ਿਸ਼ ਕੀਤੀ ਸੀ ਕਿ ਭਗਤ ਕਬੀਰ ਸਾਹਿਬ ਜੀ ਨੇ ਕਿ ਜਦ ਜੀਵਨ ਦਾ ਸਿਲਸਿਲਾ ਆਰੰਭ ਹੋਇਆ ਅਤੇ ਪਹਿਲੇ ਤਰਫ 'ਤੇ ਸਮਝ ਆਈ ਕਿ ਵਿੱਦਿਆ ਪੜ੍ਹ ਕੇ ਮੌਤ ਮਨੁੱਖ ਵਿੱਦਿਆਵਾਨ ਹੋ ਜਾਏ ਤਾਂ ਜੀਵਨ ਉਹਦਾ ਸਾਰਥਕ ਹੈ, ਠੀਕ ਹੈ। ਫਿਰ ਕਹਿੰਦੇ ਯੋਗ ਦੀ ਰੀਤ ਸਮਝ ਆਈ। ਫਿਰ ਬਹੁਤ ਸਿਖਰ 'ਤੇ ਜਾ ਕੇ ਅਨੁਭਵ ਬਣਿਆ ਕਿ ਭਗਤੀ ਸਭ ਤੋਂ ਉੱਤਮ ਚੀਜ਼ ਹੈ, ਕਿਉਂਕਿ ਭਗਤੀ ਦੀ ਰਾਸ ਨਹੀਂ ਮੁੱਕਣ ਵਾਲੀ। ਵਿੱਦਿਆ ਅਤੇ ਯੋਗ ਦੀਆਂ ਰਿੱਧੀਆਂ ਸਿੱਧੀਆਂ ਇਹ ਕੇਵਲ ਸੰਸਾਰ ਤੱਕ ਮਹਿਦੂਦ ਰੱਖਦੀਆਂ ਨੇ, ਸੰਸਾਰ ਤੋਂ ਪਾਰ ਨਹੀਂ ਲਿਜਾਂਦੀਆਂ। ਤਾਂ ਇਸੇ ਪ੍ਰਕਾਰ ਫਿਰ ਭਗਤ ਕਬੀਰ ਸਾਹਿਬ ਜੀ ਅਗਲੇ ਸਲੋਕ ਦੇ ਵਿੱਚ ਹੀ ਇੱਕ ਬਖਸ਼ਿਸ਼ ਕਰਦੇ ਹਨ ਕਿ ਜਦੋਂ ਹੁਣ ਵਿੱਦਿਆ ਦੀ ਕਮਾਈ ਦਾ ਤਾਂ ਜਾਂ ਯੋਗ ਦੀ ਸਾਧਨਾ ਦਾ ਮਾਰਗ ਛੱਡ ਕੇ ਭਗਤੀ ਵਾਲੇ ਪਾਸੇ ਆਏ ਹਾਂ ਤਾਂ ਇੱਥੇ ਆਉਣ ਤੋਂ ਬਾਅਦ ਲੋਕ ਕੀ ਕਰ ਰਹੇ ਹਨ। ਪਿਛਲੇ ਸਲੋਕ ਵਿੱਚ ਜੋ ਜ਼ਿਕਰ ਸੀ ਭਗਤ ਨਾ ਛੱਡੋ ਰਾਮ ਕੀ ਭਾਵੈ ਨਿੰਦੋ ਲੋਕ, ਅੱਜ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਲੋਗ ਕੇ ਨਿੰਦੈ ਬਪੁੜਾ, ਜਿਹ ਮਨ ਨਾਹੀ ਗਿਆਨ।
ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਮੈਂ ਆਪਣੇ ਜੀਵਨ ਨੂੰ ਵਾਚ ਕੇ ਬੜੀ ਦੀਰਘਤਾ ਦੇ ਨਾਲ ਸਮਝ ਕੇ ਉਸ ਮਾਰਗ ਨੂੰ ਚੁਣ ਲਿਆ ਅਤੇ ਮੈਨੂੰ ਪਤਾ ਹੈ ਜਿਹੜਾ ਮੈਂ ਮਾਰਗ ਚੁਣਿਆ ਹੈ ਉਸ ਮਾਰਗ 'ਤੇ ਚਾਹੇ ਮੈਂ ਇੱਕ ਕਦਮ ਪੁੱਟਾਂ ਚਾਹੇ 1000 ਕਦਮ ਪੁੱਟਾਂ, ਮੇਰਾ ਹਰੇਕ ਪੁੱਟਿਆ ਹੋਇਆ ਕਦਮ ਸਫਲ ਹੈ। ਜੀਵਨ ਦੇ ਵਿੱਚ ਕਦੀ ਕਿਸੇ ਪੁੱਟੇ ਹੋਏ ਕਦਮ ਦਾ ਤੌਖਲਾ ਨਹੀਂ ਪੈਦਾ ਹੋਏਗਾ। ਤੌਖਲਾ ਕਿਵੇਂ? ਮਨੁੱਖ ਵਿੱਦਿਆ ਦੀ ਸਾਧਨਾ ਕਰਦਾ ਹੈ। ਉਦਾਹਰਨ ਦੇ ਤੌਰ 'ਤੇ ਜ਼ਿੰਦਗੀ ਦੇ 10-15 ਸਾਲ ਲਾ ਕੇ ਉਚੇਰੀ ਵਿੱਦਿਆ ਪ੍ਰਾਪਤ ਕਰਦਾ। ਉਚੇਰੀ ਵਿੱਦਿਆ ਪ੍ਰਾਪਤ ਕਰਕੇ ਜੇ ਕਿਰਦਾਰ, ਆਚਰਣ, ਅੰਤਹਿਕਰਨ ਉੱਚਾ ਸ਼ਵਸ਼ ਨਾ ਹੋਇਆ ਅਤੇ ਵਿਕਾਰਾਂ ਦਾ ਪ੍ਰਭਾਵ ਉਵੇਂ ਬਣਿਆ ਰਿਹਾ ਤਾਂ ਮਨੁੱਖ ਜਿੰਨੇ ਵਿੱਦਿਆ ਗ੍ਰਹਿਣ ਕੀਤੀ ਸਮਝਦਾ ਕਿ ਵਿੱਦਿਆ ਵੀ ਮੇਰੇ ਅਸਲ ਜੀਵਨ ਨੂੰ ਸਵਾਰਨ ਦੇ ਕੰਮ ਨਹੀਂ ਆ ਸਕੀ। ਹਾਂ, ਇੰਨਾ ਕੁ ਤਾਂ ਸਵਾਰ ਦਿੱਤਾ ਕਿ ਦੁਨੀਆ ਪ੍ਰੋਫੈਸਰ ਆਖਦੀ ਹੈ, ਡਾਕਟਰ ਆਖਦੀ ਹੈ ਜਾਂ ਥੋੜ੍ਹਾ ਬਹੁਤਾ ਸਤਿਕਾਰ ਜਿਹਾ ਦਿੰਦੀ ਹੈ। ਦੂਜੇ ਪਾਸੇ ਜਿਹੜੀਆਂ ਯੋਗ ਦੇ ਰਿੱਧੀਆਂ ਸਿੱਧੀਆਂ ਕਮਾਈਆਂ ਉਹਦੇ ਨਾਲ ਦੁਨੀਆ ਦੇ ਵਿੱਚ ਵਾਹ ਤਾਂ ਹੋ ਗਈ, ਪਰ ਹਿਰਦੇ ਦੇ ਵਿੱਚ ਅਸ਼ਾਂਤ ਬਣੀ ਰਹੀ ਕਿ ਬਹੁਤ ਸਾਰੇ ਲੋਕ ਮੇਰੇ ਅਨੁਸਾਰੀ ਹੋ ਜਾਣ। ਅਤੇ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਭਗਤੀ ਮਾਰਗ ਤਾਂ ਚੁਣਿਆ ਕਿ ਇਸ ਸੰਸਾਰ ਤੋਂ ਮੁਕਤ ਕਰਦਾ ਹੈ। ਭਗਤੀ ਸਮਰਪਣ ਦਾ ਰਾਹ ਹੈ ਕਿ ਇਹਦੇ ਵਿੱਚ ਸਮਰਪਣ ਕੀਤਾ ਜਾਂਦਾ ਹੈ ਆਪਣੀ ਦੇਹ ਦਾ, ਆਪਣੇ ਮਨ ਦਾ, ਆਪਣੇ ਜੀਵਨ ਦੇ ਕੁੱਲ ਕਰਮ ਦਾ। ਅਤੇ ਭਗਤੀ ਦਾ ਭਾਵ ਇਹ ਹੈ ਕਿ ਨਿਰਮਲ ਭਾਵ ਵਿੱਚ ਰਹਿੰਦਿਆਂ ਹੋਇਆਂ ਆਪਣੇ ਸਾਰੇ ਕਰਮਾਂ ਨੂੰ ਕਿਸੇ ਵੱਡੇ ਆਦਰਸ਼ ਲਈ ਅਰਪਣ ਕਰ ਦੇਣਾ, ਇਸ ਨੂੰ ਭਗਤੀ ਕਿਹਾ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਹੁਣ ਇਸ ਮਾਰਗ 'ਤੇ ਚੱਲਿਆ ਹਾਂ ਤਾਂ ਜਿਹਨਾਂ ਨੂੰ ਦੂਜੇ ਮਾਰਗਾਂ ਦੀ ਸੂਝ ਆ ਜਾਂ ਜਿਹੜੇ ਪੜ੍ਹਾਈ ਜਾਂ ਯੋਗ ਦੇ ਮਾਰਗਾਂ ਨੂੰ ਉੱਤਮ ਮੰਨਦੇ ਹਨ ਜਾਂ ਜਿਹੜੇ ਕੇਵਲ ਬਿਲਕੁਲ ਸੰਸਾਰੀ ਹਨ, ਉਹ ਮੇਰੇ ਇਸ ਮਾਰਗ 'ਤੇ ਚੱਲਣ ਨੂੰ ਨਿੰਦ ਰਹੇ ਨੇ। ਉਹ ਮੇਰੇ ਬਾਰੇ ਗਲਤ ਅਫਵਾਹਾਂ ਫੈਲਾਉਂਦੇ ਨੇ ਜਾਂ ਜਿਸ ਮਾਰਗ ਨੂੰ ਮੈਂ ਧਾਰਨ ਕੀਤਾ ਉਹਦੇ ਵਿੱਚ ਬਹੁਤ ਨੁਕਤਾਚੀਨੀ ਕਰਦੇ ਨੇ ਕਿ ਭਗਤੀ ਮਾਰਗ ਠੀਕ ਨਹੀਂ ਹੈ। ਪਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੋਕ ਕੇ ਨਿੰਦੈ ਬਪੁੜਾ, ਇਹ ਤਾਂ ਲੋਕਾਈ ਦਾ ਕੰਮ ਹੀ ਹੈ ਕਿ ਜਦੋਂ ਕੁਝ ਵੱਖਰਾ ਕਰਦਾ ਹੈ ਆਪਣੇ ਅਨੁਭਵ ਦੇ ਵਿੱਚੋਂ ਸਮਝ ਕੇ ਉਹਨੂੰ ਨਿੰਦਤਾਈ ਦੇ ਭਾਵ ਵਿੱਚ ਪਾਉਂਦੀ ਹੀ ਪਾਉਂਦੀ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਔਰ ਨਿੰਦਿਆ, ਇਹਨਾਂ ਦੀ ਨਿੰਦਿਆ ਦੀ ਪ੍ਰਭਾਵ ਵੀ ਤਾਂ ਕੀਤੀ ਜਾਵੇ ਜੇ ਕਿਸੇ ਵੱਡੇ ਗਿਆਨ ਦੇ ਪੱਖ ਵਿੱਚੋਂ ਕਰ ਰਹੇ ਹੋਣ। ਇਹ ਤਾਂ ਦਰਅਸਲ ਇੱਕ ਆਪਣੇ ਮਨ ਦੇ ਨੀਵੇਂਪਣ ਦੇ ਵਿੱਚੋਂ ਕਰ ਰਹੇ ਹਨ। ਅੱਗੇ ਜ਼ਿਕਰ ਹੈ ਜਿਹ ਮਨ ਨਾਹੀਂ ਗਿਆਨ, ਕਿ ਇਹਨਾਂ ਕੋਲ ਗਿਆਨ ਨਹੀਂ ਹੈ। ਇਹਨਾਂ ਦਾ ਗਿਆਨ ਕੇਵਲ ਪੜ੍ਹਾਈ ਜਾਂ ਯੋਗ ਦੀਆਂ ਰਿੱਧੀਆਂ ਸਿੱਧੀਆਂ ਤੱਕ ਸੀਮਤ ਹੈ ਜਾਂ ਸੰਸਾਰ ਤੱਕ ਸੀਮਤ ਹੈ। ਇਸ ਕਰਕੇ ਕਹਿੰਦੇ ਜਦੋਂ ਇਹਨਾਂ ਦਾ ਗਿਆਨ ਹੀ ਨਹੀਂ ਹੈ ਤਾਂ ਇਸੇ ਦੇ ਬਾਵਜੂਦ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਇਸ ਕਰਕੇ ਇਸ ਗੱਲ ਦੀ ਵੀ ਭਗਤ ਕਬੀਰ ਸਾਹਿਬ ਜੀ ਕਹਿੰਦੇ ਮੈਂ ਚਿੰਤਾ ਛੱਡ ਦਿੱਤੀ ਹੈ ਕਿ ਜਿਸ ਮਾਰਗ ਨੂੰ ਮੈਂ ਧਾਰਨ ਕੀਤਾ ਉਹਦੀ ਨਿੰਦਤਾਈ ਹੋ ਰਹੀ ਹੈ ਜਾਂ ਲੋਕਾਂ ਦੇ ਵਿੱਚ ਉਹਦੀ ਨਿੰਦਿਆ ਹੁੰਦੀ ਹੈ। ਕਹਿੰਦੇ ਦਰਅਸਲ ਮੈਂ ਆਪਣੇ ਅਨੁਭਵ ਤੋਂ ਇਹ ਸਮਝ ਚੁੱਕਾ ਹਾਂ ਕਿ ਭਗਤੀ ਮਾਰਗ ਹੀ ਸਭ ਤੋਂ ਸ਼੍ਰੇਸ਼ਟ ਮਾਰਗ ਹੈ। ਹੁਣ ਇਸ ਗੱਲ ਨੂੰ ਥੋੜ੍ਹਾ ਸਮਝਣ ਦਾ, ਵਿਚਾਰਨ ਦਾ ਜੇ ਯਤਨ ਕੀਤਾ ਜਾਏ ਤਾਂ ਭਗਤ ਕਬੀਰ ਸਾਹਿਬ ਜੀ ਨੇ ਸ਼ਬਦ ਵਰਤੇ ਲੋਗ ਕੇ ਨਿੰਦੈ ਬਪੁੜਾ। ਜਦ ਵੀ ਅਧਿਆਤਮਿਕ ਮਾਰਗ 'ਤੇ ਚੱਲੋ ਪਹਿਲਾਂ ਤਾਂ ਆਪਣੀ ਸ਼ੁੱਧਤਾ ਨੂੰ ਪੂਰਾ ਬਣਾਓ। ਪਹਿਲਾ ਯਤਨ ਇਹ ਹੋਣਾ ਚਾਹੀਦਾ ਕਿ ਸ਼ੁੱਧਤਾ ਦਾ ਭਾਵ ਕੀ ਹੈ। ਗੁਰੂ ਘਰ ਬੈਠੇ ਹਾਂ ਪੂਰੀ ਇਕਾਗਰਤਾ ਦੇ ਨਾਲ ਆਪਣਾ ਪੂਰਾ ਯਤਨ ਲਗਾ ਦੇਣਾ, ਬਾਕੀ ਗੁਰੂ ਕੀ ਮਿਹਰਮਤ ਜਿਵੇਂ ਵੀ ਸਤਿਗੁਰੂ ਕਿਰਪਾ ਕਰਨ। ਜਿਵੇਂ ਆਰੰਭ ਦੇ ਵਿੱਚ ਜ਼ਿਕਰ ਕੀਤਾ ਆਪਣਾ ਹਿਰਦਾ, ਆਪਣੀ ਰਸਨਾ, ਆਪਣੇ ਨੇਤਰ ਸਾਰਾ ਕੁਝ ਇੱਕੋ ਜਗ੍ਹਾ ਇਕਾਗਰ ਕਰ ਦੇਣਾ। ਇਹ ਕੁਝ ਕਰਦਿਆਂ ਹੋਇਆਂ ਫਿਰ ਸੰਸਾਰ ਦੀ ਆਬਜ਼ਰਵੇਸ਼ਨ ਕੀ ਬਣਦੀ ਹੈ ਇਹਦੇ ਪ੍ਰਤੀ ਵੀ ਧਿਆਨ ਰੱਖਣਾ। ਅਤੇ ਇੱਕ ਗੱਲ ਆਪਣੇ ਅੰਦਰ ਪੱਕੀ ਦ੍ਰਿੜ ਕਰ ਲੈਣੀ ਕਿ ਭਗਤ ਅਤੇ ਸੰਸਾਰੀ ਦਾ ਜੋੜ ਨਹੀਂ ਬਣਦਾ। ਗੁਰਬਾਣੀ 'ਚ ਵਾਕ ਹੈ ਨਾ, ਭਗਤਾਂ ਤੈ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਹੁਣ ਜੋੜ ਕਿਉਂ ਨਹੀਂ ਆਉਂਦਾ? ਇਹਦੇ ਵੀ ਕਈ ਕਾਰਨ ਹੋਣਗੇ। ਇੱਕ ਸੰਸਾਰੀ ਹੈ, ਉਹਨੇ 10-12 ਘੰਟੇ ਉੱਦਮ ਕੀਤਾ ਕਿਰਤ ਦਾ, ਉਹਦੇ ਕੋਲੋਂ ਧਨ ਆ ਗਿਆ, ਉਹਦਾ ਧਨ ਦਿਖ ਰਿਹਾ, ਉਹਦੇ ਧਨ ਦਾ ਪ੍ਰਭਾਵ ਦਿਖ ਰਿਹਾ, ਦੁਨੀਆ ਦੇ ਵਿੱਚ ਉਹਦੀ ਥੋੜ੍ਹੀ ਵੁਕਤ ਵੱਧ ਗਈ ਹੈ। ਇੱਕ ਭਗਤ ਨੇ ਭਗਤੀ ਦਾ ਧਨ ਕਮਾਇਆ, ਪਹਿਲੀ ਗੱਲ ਉਹ ਦਿਖਦਾ ਨਹੀਂ, ਉਹ ਭੌਤਿਕ ਰੂਪ ਦੇ ਵਿੱਚ ਦਿਖੇਗਾ ਨਹੀਂ। ਜੇ ਦਿਖ ਨਹੀਂ ਰਿਹਾ ਤਾਂ ਉਹ ਮਹਿਸੂਸ ਕੀਤਾ ਜਾ ਸਕਦਾ ਭਗਤ ਦੇ ਤਲ 'ਤੇ ਜਾ ਕੇ, ਪਰ ਸੰਸਾਰ ਭਗਤ ਦੇ ਤਲ 'ਤੇ ਜਾਏਗਾ ਨਹੀਂ, ਆਪਣੇ ਹੀ ਤਲ 'ਤੇ ਰਹੇਗਾ। ਇਸ ਕਰਕੇ ਸੰਸਾਰ ਦੀ ਇੱਕ ਸੀਮਾ ਰਹਿ ਜਾਂਦੀ ਹੈ ਕਿ ਆਪਣੇ ਦ੍ਰਿਸ਼ਟੀਕੋਣ 'ਚੋਂ ਦੂਜੇ ਨੂੰ ਮਾਪਦਾ ਹੈ। ਜਿਵੇਂ ਕਈ ਪੜ੍ਹਾਈ ਦੇ ਤਲ 'ਤੇ ਸੀਮਤ ਹੋਏ ਬੰਦੇ, ਜਿਹੜਾ ਪੜ੍ਹਿਆ ਹੋਵੇ ਉਹਨੂੰ ਠੀਕ ਮੰਨਦੇ, ਦੂਜੇ ਨੂੰ ਮੰਨਦੇ ਹੀ ਨਹੀਂ।
ਜਾਂ ਜਿਹੜੇ ਧਨ ਸੰਪਦਾ ਦੇ ਤੌਰ 'ਤੇ ਸੰਪੰਨ ਹੋ ਜਾਂਦੇ ਨੇ, ਜਿਹਦੇ ਜੀਵਨ ਦੀਆਂ ਲੋੜਾਂ ਪੂਰੀਆਂ ਹੋਣ, ਉਹਨੂੰ ਹੀ ਬੰਦਾ ਮੰਨਦੇ, ਦੂਜਿਆਂ ਨੂੰ ਪਸ਼ੂਆਂ ਦੀ ਕੈਟਾਗਰੀ 'ਚ ਰੱਖ ਦਿੰਦੇ ਨੇ। ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਸੰਸਾਰ ਦੀ ਇੱਕ ਸਮੱਸਿਆ ਹੈ ਕਿ ਸੰਸਾਰ ਕਦੀ ਵੀ ਜੋੜ ਨਹੀਂ ਬਿਠਾ ਸਕਦਾ ਕਿ ਉਹ ਤੁਹਾਡੀ ਅਧਿਆਤਮਿਕ ਪ੍ਰਤਿਭਾ ਨੂੰ, ਤੁਹਾਡੀ ਦੈਵੀ ਸੰਪਦਾ ਨੂੰ ਪ੍ਰਵਾਨ ਕਰ ਲਏ। ਸੰਸਾਰ ਆਪਣੇ ਦ੍ਰਿਸ਼ਟੀਕੋਣ ਤੋਂ ਇਹਦਾ ਇੱਕ ਹੋਰ ਵੀ ਕਾਰਨ, ਜਦੋਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਲੋਗ ਕੇ ਨਿੰਦਾ, ਇਹਦਾ ਭਾਵ ਇਹ ਹੈ ਕਿ ਸੰਸਾਰ ਨੇ ਆਪਣੀ ਪੂਜਾ ਅਰਚਨਾ, ਭਗਤੀ, ਅਧਿਆਤਮਿਕ ਸਾਧਨਾ ਦੇ ਨਾ ਇੱਕ ਪ੍ਰਚਲਿਤ ਜੇ ਢੰਗ ਮੰਨੇ ਹੋਏ ਨੇ। ਮੈਂ ਹੁਣ ਉਹਨਾਂ ਅਨੁਸਾਰ ਨਹੀਂ ਕਰ ਰਿਹਾ। ਜਿਵੇਂ ਉਦਾਹਰਨ ਦੇ ਤੌਰ 'ਤੇ ਸੰਸਾਰ ਨੂੰ ਲੱਗਦਾ ਹੈ ਮੰਦਰ ਮਸਜਿਦ ਦੇ ਵਿੱਚ ਹੀ ਬੰਦਗੀ ਹੋ ਸਕਦੀ ਹੈ, ਇਹਨਾਂ ਸੰਸਾਰੀ ਲੋਕਾਂ ਦਾ ਧਰਮ ਹੈ। ਕਹਿੰਦੇ ਮੈਂ ਇਹਨਾਂ ਦੋਵਾਂ ਦੇ ਦੇਖਿਆ ਕਿ ਮੰਦਰ 'ਚ ਵੀ ਝਗੜਾ ਹੈ, ਮਸੀਤ 'ਚ ਵੀ ਝਗੜਾ ਹੈ, ਅਤੇ ਮੈਂ ਆਪਣੇ ਘਰ ਹੀ ਬਹਿ ਗਿਆ। ਜਿਵੇਂ ਗੁਰਬਾਣੀ 'ਚ ਵਾਕ ਹੁੰਦਾ ਨਾ, ਹਿਰਦੈ ਨਾਮ ਵਸਾਇਓ ਘਰ ਬੈਠੇ ਗੁਰੂ ਤੇ ਆਏ ਹੋ। ਕਹਿੰਦੇ ਇਸ ਕਰਕੇ ਇਹਨਾਂ ਦੇ ਮਾਰਗ। ਦੂਜੀ ਗੱਲ, ਇਹ ਆਰਤੀ ਕਰਦੇ ਹਨ, ਮੇਰੀ ਆਰਤੀ ਦਾ ਢੰਗ ਕੁਝ ਹੋਰ ਹੋ ਗਿਆ ਹੈ। ਇਹ ਪੂਜਾ ਅਰਗ ਚੜਾਉਂਦੇ ਹਨ, ਮੇਰਾ ਉਹ ਵੀ ਢੰਗ ਹੋਰ ਹੋ ਗਿਆ। ਇਹਨਾਂ ਦੀ ਯਾਤਰਾ ਤੀਰਥਾਂ 'ਤੇ ਜਾਣ ਦੀ, ਮੇਰੀ ਯਾਤਰਾ ਵੀ ਕੁਝ ਹੋਰ ਹੋ ਗਈ ਹੈ। ਇਹਨਾਂ ਦਾ ਆਪਣੇ ਆਪ ਨੂੰ ਸ਼ੁੱਧ ਕਰਨ ਦਾ ਢੰਗ, ਤੀਰਥ ਦੇ ਵਿੱਚ ਇਸ਼ਨਾਨ ਕਰਾਉਣਾ, ਮੇਰਾ ਢੰਗ ਵੀ ਕੁਝ ਹੋਰ ਹੋ ਗਿਆ। ਕਹਿੰਦੇ ਇਸ ਕਰਕੇ ਮੇਰੀ ਭਗਤੀ ਦਾ ਮਾਰਗ ਬਿਲਕੁਲ ਹੀ ਵੱਖਰਾ ਹੋ ਗਿਆ ਹੈ। ਅਤੇ ਜਦੋਂ ਹੁਣ ਭਗਤੀ ਦਾ ਵੱਖਰਾ ਮਾਰਗ ਧਾਰਨ ਕੀਤਾ, ਥੋੜ੍ਹਾ ਜਿਹਾ ਇਹਨਾਂ ਨਾਲੋਂ ਵੱਖਰਾ, ਜਿਹੜਾ ਆਪਣੇ ਅਨੁਭਵ ਵਿੱਚੋਂ ਸਮਝ ਆਇਆ, ਅਤੇ ਕਹਿੰਦੇ ਉਹਦੇ ਨਾਲ ਵੀ ਇਹਨਾਂ ਦਾ ਤਵਾਜ਼ਨ, ਬੈਲੈਂਸ ਨਹੀਂ ਬਣ ਰਿਹਾ। ਕੁਝ ਇਹਨਾਂ ਦੇ ਨਾਲ ਥੋੜ੍ਹੀ ਨਹੀਂ ਗੱਲ ਬਣ ਰਹੀ, ਕਿਉਂਕਿ ਇਹ ਕਹਿ ਰਹੇ ਕਿ ਸਾਡੇ ਅਨੁਸਾਰ ਧਰਮ ਦੀ ਸਾਧਨਾ ਦੇ ਵਿੱਚ ਚੱਲ, ਜਿਵੇਂ ਅਸੀਂ ਧਰਮ ਦਾ ਵਿਧਾਨ ਬਣਾਇਆ ਹੋਇਆ, ਜਾਂ ਜਿਵੇਂ ਧਰਮ ਦਾ ਪ੍ਰਚਲਿਤ ਵਿਧਾਨ ਹੈ ਕਿ ਜੇ ਤੁਸੀਂ ਅਧਿਆਤਮਿਕ ਹੋਣਾ ਹੈ, ਬਹੁਤ ਸਾਰੇ ਤੀਰਥਾਂ ਦਾ ਰਟਨ ਕਰੋ। ਤੁਸੀਂ ਆਪਣੀ ਭਾਵਨਾ ਨੂੰ ਮਜ਼ਬੂਤ ਕਰਨਾ ਹੈ, ਆਰਤੀ, ਪੂਜਾ, ਅਰਚਨਾ, ਅਰਗ ਦੇਣਾ, ਇਸ ਤਰ੍ਹਾਂ ਦੇ ਕਰਮ ਕਰੋ। ਕਹਿੰਦੇ ਮੈਂ ਇਹ ਵੀ ਛੱਡ ਦਿੱਤੇ ਨੇ, ਕਿਉਂਕਿ ਭਗਤ ਕਬੀਰ ਸਾਹਿਬ ਜੀ ਨਿਰਾਕਾਰ ਭਗਤੀ ਦੇ, ਨਿਰਗੁਣ ਭਗਤੀ ਦੇ ਜਿਹੜੇ ਸਾਧਕ ਸਨ। ਤਾਂ ਉਹ ਆਖ ਰਹੇ ਹਨ ਕਿ ਇਸ ਕਰਕੇ ਵੀ ਲੋਕ ਕੇ ਨਿੰਦਾ, ਇਹ ਲੋਕ ਨਿੰਦਦੇ ਨੇ ਇਸ ਕਰਕੇ। ਜਿਵੇਂ ਉਦਾਹਰਨ ਭਾਵ ਕਿ ਮੈਂ ਘਰ ਦੇ ਵਿੱਚ ਬੈਠ ਕੇ ਰਾਮ ਰਾਮ ਕਰ ਰਿਹਾ, ਇਹ ਕਹਿੰਦੇ ਠਾਕੁਰ ਦੁਆਰੇ ਕਰਨਾ ਉੱਤਮ ਹੈ। ਫਿਰ ਅੱਗੇ ਕਹਿੰਦੇ ਲੋਕ ਕੇ ਨਿੰਦਾ ਬੱਪੜਾ। ਫਿਰ ਬ੍ਰਾਹਮਣ ਕੁਲ ਦੇ ਲੋਕ ਹਨ, ਉਹ ਸਮਝਦੇ ਹਨ ਕਿ ਸ਼ੂਦਰ ਕੁਲ ਨੂੰ ਭਗਤੀ ਦਾ ਅਧਿਕਾਰ ਨਹੀਂ ਹੈ, ਅਤੇ ਜੇ ਭਗਤੀ ਕਰ ਵੀ ਰਿਹਾ ਤਾਂ ਇਹਦੀ ਵਿਅਰਥ ਹੈ, ਇਸ ਕਰਕੇ ਵੀ ਨਿੰਦਿਆ ਕਰ ਰਹੇ ਹਨ। ਫਿਰ ਇਸ ਤੋਂ ਬਾਅਦ ਕਹਿੰਦੇ ਜਿਹੜੇ ਸੰਨਿਆਸੀ ਲੋਕ ਹਨ, ਜਿਹੜੇ ਵਿਰਕਤ ਹਨ, ਉਹ ਵੀ ਮੇਰੀ ਨਿੰਦਿਆ ਕਰਦੇ ਹਨ ਕਿ ਘਰ 'ਤੇ ਛੱਡਿਆ ਨਹੀਂ ਬੰਦਗੀ ਕਿਵੇਂ ਕਰ ਲਏਗਾ। ਕਹਿੰਦੇ ਇਸ ਕਰਕੇ ਲੋਕ ਕੇ ਨਿੰਦਾ ਬੱਪੜਾ, ਜਿੰਨੇ ਵੀ ਪੱਖਾਂ ਕਰਕੇ ਨਿੰਦਦੇ ਹਨ, ਮੈਂ ਕਿਸੇ ਦੀ ਪਰਵਾਹ ਨਹੀਂ ਕਰਦਾ, ਜਿਹ ਮਨ ਨਾਹੀ ਗਿਆਨ। ਕਿਉਂਕਿ ਇਹ ਪ੍ਰਚਲਿਤ ਸਾਧਨਾ ਵਿੱਚ ਪੈ ਕੇ ਧਰਮ ਦਾ ਵਿਵਹਾਰ ਕਰ ਰਹੇ ਨੇ। ਮੈਂ ਆਪਣੇ ਅਨੁਭਵ ਅਨੁਸਾਰ ਸਮਝਣਾ ਸ਼ੁਰੂ ਕੀਤਾ, ਅਤੇ ਅਨੁਭਵ ਦਾ ਪਹਿਲਾ ਰੂਪ ਭਗਤ ਕਬੀਰ ਸਾਹਿਬ ਜੀ ਨੇ ਰੱਖ ਦਿੱਤਾ ਸਾਡੇ ਸਾਹਮਣੇ ਕਿ ਪਹਿਲਾਂ ਵਿੱਦਿਆ ਨੂੰ ਉੱਤਮ ਜਾਣਿਆ ਮੈਂ, ਫਿਰ ਯੋਗ ਨੂੰ ਉੱਤਮ ਜਾਣਿਆ, ਫਿਰ ਮੈਨੂੰ ਲੱਗਾ ਕਿ ਦੋਵੇਂ ਨਹੀਂ ਉੱਤਮ, ਹੁਣ ਭਗਤੀ ਉੱਤਮ ਹੈ ਜਿਹੜੀ ਇਕਾਗਰ ਰੂਪ ਦੇ ਵਿੱਚ ਕੀਤੀ ਜਾਵੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਹੁਣ ਇਹਦੇ ਵਿੱਚ ਇੱਕ ਹੋਰ ਬੜਾ ਕਮਾਲ ਦਾ ਪੱਖ ਹੈ ਕਿ ਜਦੋਂ ਬੰਦਾ ਵੇਖਦੇ ਨਾ, ਇਹ ਕਦੇ ਗੱਲ ਵਾਚ ਲੈਣੀ, ਕਦੇ ਆਪਣੇ ਨਿੱਜੀ ਜੀਵਨ 'ਚ, ਜੇ ਤੁਸੀਂ 100% ਗੁਰੂ ਨੂੰ ਸਨਮੁਖ ਹੋ ਕੇ ਚੱਲ ਪਾਓ, ਸੰਸਾਰ ਦੇ ਵਿੱਚ ਜਿਹੜੇ ਸੁਹਿਰਦ ਬੰਦੇ ਤੁਹਾਡੇ ਨਿਕਟਵਰਤੀ ਹੋਣਗੇ, ਸਮਾਂ ਪਾ ਕੇ ਥੋੜ੍ਹਾ ਥੋੜ੍ਹਾ ਵਿਰੋਧ ਉਹਨਾਂ ਅੰਦਰ ਵੀ ਪ੍ਰਗਟ ਹੋਣਾ ਸ਼ੁਰੂ ਹੋ ਜਾਏਗਾ। ਕਿਉਂਕਿ 100% ਸ਼ੁੱਧ ਹੋ ਰਹੇ ਹੋ। 100% ਹੋਣ ਦਾ ਭਾਵ ਕੀ ਹੈ? ਜਿਵੇਂ ਨੇਮ ਦੀ ਗੱਲ ਕਰ ਲਈ ਜਾ, ਮੈਂ ਕਈ ਐਸੇ ਦੇਖੇ ਨੇ ਬਹੁਤ, ਉਹਨਾਂ ਨੇ ਆਪਣਾ ਅਧਿਆਤਮਿਕ ਜੀਵਨ ਦਾ ਨੇਮ ਬੜਾ ਪ੍ਰਪੱਕ, ਬੜਾ ਦ੍ਰਿੜ, ਬੜਾ ਮਜ਼ਬੂਤੀ ਵਾਲਾ ਰੱਖਿਆ ਹੁੰਦਾ। ਤਾਂ ਯਕੀਨਨ ਇੱਕ ਜਗ੍ਹਾ ਦੇਖਿਆ ਕਿ ਕਿਸੇ ਮਜਲਿਸ ਦੇ ਵਿੱਚ ਬੈਠੇ, ਸ਼ਾਮ ਦਾ ਸਮਾਂ ਹੋਇਆ ਤਾਂ ਉਹ ਗੁਰਸਿੱਖ ਕਹਿਣ ਲੱਗਾ, ਜੀ ਮੇਰਾ ਤਾਂ ਬੰਦਗੀ ਦਾ ਸਮਾਂ ਹੋ ਗਿਆ, ਮੈਂ ਤੁਹਾਡੇ ਤੋਂ ਖਿਮਾ ਚਾਹੁੰਦਾ। ਉਹ ਬੜੇ ਵਿਨਮਰਤਾ ਦੇ ਨਾਲ, ਬੜੇ ਸਹਿਜ ਦੇ ਨਾਲ, ਕੋਈ ਉਹਨੇ ਕਿਸੇ ਦਾ ਮਾਣਹਾਨੀ, ਕੋਈ ਹੱਤਕ ਨਹੀਂ ਕੀਤੀ, ਬੜੇ ਆਰਾਮ ਦੇ ਨਾਲ ਆਗਿਆ ਲੈ ਕੇ, ਅਤੇ ਬਾਕਾਇਦਾ ਕਿਹਾ ਮੈਂ ਖਿਮਾ ਮੰਗਦਾ ਤੁਹਾਡੇ ਕੋਲੋਂ। ਉਹ ਬਾਕਾਇਦਾ ਚਲਾ ਗਿਆ ਉੱਥੋਂ। ਉਹਦੇ ਜਾਣ ਤੋਂ ਬਾਅਦ ਮੈਂ ਦੇਖਿਆ ਕਿ ਜਿਹੜੇ 4-5 ਬਾਕੀ ਬੈਠੇ ਸਨ, ਉਹਦੇ ਹੁੰਦਿਆਂ ਸਿਫਤ ਕਰ ਰਹੇ ਸਨ। ਤਾਂ ਜਦੋਂ ਉਹ ਇਸ ਗੱਲ ਦੀ ਛੋਟ ਲੈ ਕੇ ਕਿ ਮੇਰਾ ਨੇਮ ਦਾ ਸਮਾਂ ਹੋ ਗਿਆ, ਉਸ ਤੋਂ ਬਾਅਦ ਉਹਦੀ ਨਿੰਦਤਾਈ ਸ਼ੁਰੂ ਕਰ ਦਿੱਤੀ। ਇਹ ਕੋਈ ਵੱਡਾ ਭਗਤ ਹੈ ਜਾਂ ਇਹ ਜ਼ਿਆਦਾ ਰੱਬ ਮਿਲਿਆ ਇਹਨੂੰ, ਇਸ ਤਰ੍ਹਾਂ ਦੇ ਵਾਕ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਤਰ੍ਹਾਂ ਅਸੀਂ ਗੱਲ ਕੀ ਹੈ ਕਿ ਅਸੀਂ ਸ਼ੁੱਧ ਨਾ ਪ੍ਰਤੀਸ਼ਤ ਹੁੰਨੇ 100%, ਇਸ ਕਰਕੇ ਸਾਨੂੰ ਲੱਗਦਾ ਨਹੀਂ। ਜੇ ਬੰਦਾ 100% ਚੱਲ ਪਏ ਤਾਂ ਤਵਾਜ਼ਨ ਨਹੀਂ ਬਣਦੇ, ਫਿਰ ਉਹਨੂੰ ਵੱਖਰਾ ਹੀ ਜਿਉਣਾ ਪੈਂਦਾ ਹੈ, ਅਤੇ ਉਹ ਵੀ ਚਾਲ ਨਿਰਾਲੀ ਦੇ ਰੂਪ 'ਚ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਰਾਮ ਕਬੀਰਾ ਰਵ ਰਹੇ ਔਰ ਤਜੇ ਸਭ ਕਾਮ। ਕਹਿੰਦੇ ਦੂਜਾ ਪੱਖ ਹੈ, ਮੈਂ ਇਹਨਾਂ ਦੀ ਨਿੰਦਤਾਈ ਦੀ ਪਰਵਾਹ ਕਿਉਂ ਕਰਾਂ, ਕਿ ਇਹਨਾਂ ਦਾ ਤਾਂ ਸੁਭਾਵਿਕ ਕਰਮ ਹੈ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਇੱਕ ਛੋਟ ਵੀ ਦੇ ਦਿੰਦੇ ਨੇ, ਨਿੰਦੋ ਨਿੰਦੋ ਲੋਗੋ ਮੋਕੋ
ਨਿੰਦੋ ਨਿੰਦਾ ਜਨ ਕੋ ਖਰੀ ਪਿਆਰੀ। ਤੁਸੀਂ ਆਪਣੀ ਖੁਣਸ ਕਰਕੇ ਨਿੰਦਾ ਕਰ ਰਹੇ ਹੋ। ਜਦੋਂ ਜਿਉਂ ਮੇਰੀ ਨਿੰਦਾ ਵੱਧ ਰਹੀ ਹੈ, ਮੇਰਾ ਭਗਤੀ ਦਾ ਚਾਅ ਵੱਧ ਰਿਹਾ, ਮੈਨੂੰ ਪਤਾ ਲੱਗ ਗਿਆ ਕਿ ਜੇ ਹੁਣ ਸਾਰੇ ਹੀ ਕਰਨ ਲੱਗ ਪਏ ਨੇ, ਇਹਦਾ ਮਤਲਬ ਵਾਕਿਆ ਹੀ ਕੋਈ ਯਤਨ ਉੱਤਮ ਹੀ ਹੋਏਗਾ। ਇਸ ਕਰਕੇ ਭਗਤ ਕਬੀਰ ਸਾਹਿਬ ਜੀ ਕਹਿੰਦੇ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਔਰ ਦੁਨੀਆ ਦਾ ਸੁਭਾਅ ਹੈ, ਇਹ ਹਰ ਚੰਗੇ ਕੰਮ ਦੇ ਵਿੱਚ ਝੱਖ ਮਾਰਦੀ ਹੈ। ਇਸ ਕਰਕੇ ਕਹਿੰਦੇ, ਜਦੋਂ ਮੈਨੂੰ ਚੰਗੇ ਕਰਮ ਦੀ ਸੂਝ ਆਪਣੇ ਅਨੁਭਵ ਵਿੱਚੋਂ ਆ ਗਈ ਹੈ, ਤਾਂ ਮੈਂ ਇਹਦੀ ਪ੍ਰਮਾਣਿਕਤਾ ਜਾਂ ਇਹਦੇ ਠੀਕ ਹੋਣ ਦਾ ਸਬੂਤ ਸੰਸਾਰ ਕੋਲੋਂ ਕਿਉਂ ਲਵਾਂ। ਜਦੋਂ ਮੈਨੂੰ ਪਤਾ ਹੈ ਕਿ ਭਗਤੀ ਮਾਰਗ 'ਤੇ ਚੱਲ ਕੇ ਮੇਰੀ ਹਉਮੈ ਛੁੱਟ ਰਹੀ ਹੈ, ਮੈਂ ਵਿਕਾਰਾਂ ਤੋਂ ਬਿਲਕੁਲ ਮੁਕਤ ਹੋ ਰਿਹਾ ਹਾਂ, ਮੈਨੂੰ ਆਪਣੇ ਜੋਤ ਸਰੂਪ ਦੇ ਦੀਦਾਰ ਹੋਣੇ ਸ਼ੁਰੂ ਹੋ ਗਏ ਨੇ, ਮੇਰਾ ਜੀਵਨ ਇੱਕ ਨਿਰਮਲ ਪੱਖ ਵਾਲੇ ਪਾਸੇ ਵਧਣਾ ਸ਼ੁਰੂ ਹੋ ਗਿਆ ਭਗਤੀ ਕਰਕੇ। ਅਤੇ ਜੇ ਸੰਸਾਰ ਮੇਰੀ ਭਗਤੀ ਕਰਮ ਨੂੰ ਨਿੰਦਦਾ ਵੀ ਹੈ, ਤਾਂ ਮੈਂ ਇਹਨਾਂ ਦੀ ਚਿੰਤਾ ਕਿਉਂ ਕਰਾਂ ਜਾਂ ਕਿਉਂਕਿ ਗਿਆਨ ਨਹੀਂ ਹੈ। ਇਹ ਤਾਂ ਪ੍ਰਚਲਿਤ ਤੌਰ 'ਤੇ ਚੀਜ਼ਾਂ ਨੂੰ ਅਪਣਾ ਲੈਂਦੇ ਨੇ, ਉਹਦੇ ਵਿੱਚ ਆਪਣਾ ਅਨੁਭਵ ਰਿਵੀਲਡ ਹੀ ਨਹੀਂ ਕਰਦੇ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਔਰ ਦੂਜੀ ਗੱਲ ਕਹਿੰਦੇ, ਪਰਮੇਸ਼ਰ ਦੀ ਪ੍ਰਾਪਤੀ ਦੇ ਲਈ ਭਗਤੀ ਮਾਰਗ ਚੁਣਿਆ। ਜੇ ਹੁਣ ਸਪਸ਼ਟ ਹੋ ਕੇ ਚੁਣਿਆ, ਜੇ ਇਸ ਕਰਨ ਦੇ ਬਾਵਜੂਦ ਵੀ ਉਹਦੇ ਵਿੱਚ ਇਹ ਦੁਬਿਧਾ ਪਾਉਂਦੇ ਹਨ, ਅਤੇ ਇਹਨਾਂ ਦੀ ਦੁਬਿਧਾ ਪ੍ਰਵਾਨ ਕਿਉਂ ਕੀਤੀ ਜਾਏ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਰਾਮ ਕਬੀਰਾ ਰਵ ਰਹੇ ਅਵਰ ਤਜੇ ਸਭ ਕਾਮ। ਅਵਰ ਸਭ ਕਾਮ ਦਾ ਭਾਵ ਇਹ ਹੈ ਕਿ ਇਸ ਗੱਲ ਦੀ ਵੀ ਚਿੰਤਾ ਛੱਡ ਦਿੱਤੀ ਹੈ ਕਿ ਕਿੰਨੀ ਨਿੰਦਿਆ ਹੋ ਰਹੀ ਹੈ ਜਾਂ ਕਿੰਨੀ ਨਹੀਂ ਹੋਣੀ। ਇਸ ਕਰਕੇ ਭਗਤ ਕਬੀਰ ਇਹ ਉਹਨਾਂ ਸਦੀਆਂ ਦਾ ਇੱਕ ਭਗਤੀ ਜਾਂ ਅਧਿਆਤਮਿਕ ਜਿਹੜਾ ਸਿਲਸਿਲਾ ਸੀ, ਉਹਦੀ ਇੱਕ ਇਤਿਹਾਸਕ ਸਮਝ ਵੀ ਪੈਦਾ ਹੁੰਦੀ ਇਹਦੇ ਵਿੱਚ, ਕਿ ਅੱਜ ਤਾਂ ਚਲੋ ਹੋ ਸਕਦਾ ਇਹਦਾ ਅੰਤਰਾਲ ਹੋਵੇ, ਫਰਕ ਹੋਵੇ, ਪਰ ਉਹਨਾਂ ਸਮਿਆਂ ਦੇ ਵਿੱਚ ਜਿਹੜੇ ਨਿਮਨ ਕੁਲ ਦੇ ਬੰਦਗੀ ਵਾਲੇ ਪਾਸੇ ਤੁਰ ਪੈਂਦੇ ਸਨ, ਉਹਨਾਂ ਸਾਰਿਆਂ ਦੇ ਨਾਲ ਐਸਾ ਵਾਪਰਦਾ ਸੀ। ਭਗਤ ਰਵਿਦਾਸ ਜੀ ਬਾਰੇ ਆਪ ਜੀ ਜਾਣਦੇ ਹੋ, ਭਗਤ ਨਾਮਦੇਵ ਜੀ, ਭਗਤ ਕਬੀਰ ਸਾਹਿਬ ਜੀ, ਮਤਲਬ ਸ਼ੂਦਰ ਕੁਲ ਦਾ, ਵੈਸ਼ ਕੁਲ ਦਾ ਕੋਈ ਵੀ ਬੰਦਾ ਕਰਨ ਲੱਗ ਪੈਂਦਾ ਸੀ ਅਧਿਆਤਮਿਕ ਕਰਮ, ਤਾਂ ਉਹਦਾ ਪੂਰਾ ਤਿਰਸਕਾਰ ਹੁੰਦਾ ਸੀ। ਉਹਨੂੰ ਮਤਲਬ ਬੁਰਾ ਸਮਝਣ ਲੱਗ ਪੈਂਦੇ ਸੀ ਕਿ ਭਗਤੀ ਕਰਮ ਵੱਲ ਚੱਲ ਕਿਉਂ ਪਿਆ, ਇਹ ਗਿਆਨ ਦੀ ਵਿਚਾਰ ਵਾਲੇ ਪਾਸੇ ਚੱਲ ਕਿਉਂ ਪਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਅਵਰ ਤਜੇ ਸਭ ਕਾਮ। ਕਹਿੰਦੇ ਕੋਈ ਪਰਮੇਸ਼ਰ ਦਾ ਪਿਆਰਾ ਬੰਦਗੀ ਮਾਰਗ 'ਤੇ ਚੱਲ ਪਿਆ, ਰੋਜ਼ਾਨਾ ਸਤ ਸੰਗਤ ਵਿੱਚ ਆਇਆ ਕਰੇ। ਇੱਕ ਦਿਨ ਬੈਠਾ, ਜਿਹੜੇ ਮਹਾਤਮਾ ਨੇ ਉਹਨਾਂ ਨੂੰ ਪ੍ਰੇਰਿਆ ਸੀ, ਉਹਨਾਂ ਨੇ ਉਹਦਾ ਮੁੱਖ ਦੇਖਿਆ, ਕਹਿਣ ਲੱਗੇ, ਬੜਾ ਉਦਾਸ ਜਿਹਾ ਲੱਗਦਾ, ਚਿੰਤਾ ਤੁਰ ਲੱਗਦਾ, ਕੀ ਗੱਲ ਹੈ। ਕਹਿੰਦੇ, ਜੀ ਮੈਂ ਕੱਲ੍ਹ ਤੱਕ ਨਾ ਤੁਹਾਡੀ ਕੋਲ ਆਉਣ ਤੋਂ ਪਹਿਲਾਂ ਮਾੜੇ ਕਰਮ ਕਰਦਾ ਸੀ, ਬੁਰੀ ਸੰਗਤ ਸੀ ਮੇਰੀ, ਅਤੇ ਮੈਨੂੰ ਅਗਰ ਬੁਰੀ ਸੰਗਤ ਕਰਕੇ ਕੋਈ ਕਹਿੰਦਾ ਸੀ ਤਾਂ ਇੱਕ ਦੋ ਜਾਣੇ ਬੁਰਾ ਕਹਿੰਦੇ ਸਨ, ਬਹੁਤੇ ਨਹੀਂ ਸੀ ਕਹਿੰਦੇ। ਪਰ ਜਿੱਦਣ ਦੇ ਕਦਮ ਸੰਸਾਰ ਦੀ ਤਾਂ ਤੁਹਾਡੇ ਇੱਧਰ ਅਧਿਆਤਮਿਕ ਤਰਫ ਵਧਾਏ ਨੇ, ਉਦਣ ਦੇ ਬੜੇ ਮੈਨੂੰ ਨਿੰਦਤਾਈ ਕਰ ਰਹੇ ਨੇ, ਮੇਰੇ ਪੁਰਾਣਾ ਜਿਹੜਾ ਜੀਵਨ ਹੈ ਉਹਨੂੰ ਚਿਤਵ ਚਿਤਵ ਕੇ ਆਖਦੇ ਹਨ। ਤਾਂ ਭਗਤ ਉਹ ਮਹਾਤਮਾ ਕਹਿਣ ਲੱਗੇ ਕਿ ਤੂੰ ਸਾਡੇ ਵੱਲ ਮੂੰਹ ਕਰਕੇ ਤੁਰ ਰਿਹਾ ਕਿ ਪਿੱਠ ਕਰਕੇ ਤੁਰ ਰਿਹਾ। ਤਾਂ ਕਹਿਣ ਲੱਗਾ, ਜੀ ਮੈਂ ਤੁਹਾਡੇ ਵੱਲ ਮੁੱਖ ਕਰਕੇ ਤੁਰ ਰਿਹਾ। ਅਤੇ ਕਹਿੰਦੇ, ਫਿਰ ਪਰਛਾਵਾਂ ਪਿੱਛੇ ਰਹਿ ਜਾਣਾ ਚਾਹੀਦਾ, ਪਰਛਾਵਾਂ ਅੱਗੇ ਨਹੀਂ ਆਉਣਾ ਚਾਹੀਦਾ। ਮਤਲਬ ਸੂਰਜ ਵੱਲ ਮੂੰਹ ਕਰਕੇ ਤਰੀਏ ਅਤੇ ਪਰਛਾਵਾਂ ਮਗਰ ਨੂੰ ਹੁੰਦਾ ਹੈ। ਇਸੇ ਪ੍ਰਕਾਰ ਕਹਿੰਦੇ, ਜੇ ਅਧਿਆਤਮਿਕ ਤਰਫ ਵੱਲ ਮੂੰਹ ਕਰ ਲਿਆ ਹੈ, ਅਤੇ ਜਿਹੜਾ ਪਰਛਾਵੇਂ ਵਾਲਾ ਭੁਲੇਖਾ ਹੈ ਨਿੰਦਿਆ ਦਾ, ਇਹ ਪਿੱਛੇ ਰਹਿ ਜਾਣਾ ਚਾਹੀਦਾ, ਇਹਦੀ ਚਿੰਤਾ ਕਿਉਂ ਚੁੱਕੀ ਫਿਰਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ, ਭਾਵ ਹੈ ਅਵਰ ਤਜੇ ਸਭ ਕਾਮ, ਕਿ ਅਸੀਂ ਸੰਸਾਰ ਦੀ ਇਹ ਵੀ ਚਿੰਤਾ ਛੱਡ ਦਿੱਤੀ ਹੈ। ਮਤਲਬ ਸੰਸਾਰ ਜਿੰਨਾ ਮਰਜ਼ੀ ਪ੍ਰਬਲ ਹੋਵੇ, ਭਗਤ ਦੇ ਭਗਤੀ ਕਰਮ ਦੇ ਵਿੱਚ ਝੱਖ ਨਹੀਂ ਮਾਰ ਸਕਦਾ ਉਹਨੂੰ। ਉਹਦੇ ਭਗਤੀ ਕਰਮ ਦੀ ਜਿਹੜੀ ਸ਼ੁੱਧਤਾ ਹੈ, ਉਹਦਾ ਦ੍ਰਿੜ ਅਭਿਆਸ ਹੈ, ਉਹਦੇ ਤੋਂ ਨਹੀਂ ਡੁਲਾ ਸਕਦਾ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ, ਕਬੀਰ ਪਰਦੇਸੀ ਕਹਿ ਘਾਗਰੈ, ਚੌਹ ਦਿਸ ਲਾਗੀ ਆਗ। ਹੁਣ ਭਗਤ ਕਬੀਰ ਸਾਹਿਬ ਜੀ ਅਗਲੇ 2 ਸ਼ਲੋਕਾਂ ਦੇ ਵਿੱਚ ਸਾਨੂੰ ਯੋਗ ਮਤ ਦੇ ਰੂਪਕਾਂ ਦੁਆਰਾ ਗਿਆਨ ਦਾ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਪਰਦੇਸੀ ਕਹਿ ਘਾਗਰੈ। ਜਿਵੇਂ ਆਮ ਜੋਗੀ ਲੋਕ ਹੁੰਦੇ ਸਨ, ਤਾਂ ਉਹ ਜਦੋਂ ਆਪਣੀ ਕੋਈ ਸਾਧਨਾ ਕਰਦੇ ਸਨ ਤਾਂ ਚੌਵੇਂ ਤਰਫ ਆਪਣੇ ਧੂਣੀ ਬਾਲ ਲੈਂਦੇ ਸਨ ਅੱਗ ਦੀ, ਗਰਮੀਆਂ ਦੇ ਵਿੱਚ ਸਿਖਰ ਦੁਪਹਿਰੇ, ਅਤੇ ਉਹਦੇ ਵਿੱਚ ਬੈਠ ਕੇ ਉਹਨਾਂ ਨੇ ਆਪਣੇ ਸਰੀਰ ਨੂੰ ਤਪਾਉਣਾ, ਆਪਣੀ ਯੋਗ ਸਾਧਨਾ ਸਾਰੀ ਕਰਨੀ। ਇਸ ਤਰ੍ਹਾਂ ਉਹ ਚੱਲਦੇ ਸਨ। ਤਾਂ ਭਗਤ ਕਬੀਰ ਸਾਹਿਬ ਜੀ ਨੇ ਹੁਣ ਉਹ ਦ੍ਰਿਸ਼ ਦੇਖਿਆ, ਅਤੇ ਉਹਦੇ ਵਿੱਚ ਉਹ ਗਿਆਨ ਦਾ ਜਿਹੜਾ ਤੱਤ ਉਪਦੇਸ਼ ਬਣਾਉਂਦੇ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ, ਕਬੀਰ ਪਰਦੇਸੀ ਕਹਿ ਘਾਗਰੈ। ਪਰਦੇਸੀ ਦਾ ਭਾਵ ਇਹ ਹੈ ਸਰੀਰ, ਜੀਵ ਆਤਮਾ, ਜਿਹੜਾ ਜੀਵ ਇਸ ਸੰਸਾਰ ਦੇ ਵਿੱਚ ਆਇਆ, ਇਹਨੂੰ ਪਰਦੇਸੀ ਕਿਹਾ ਜਾਂਦਾ। ਪਰਦੇਸੀ ਦਾ ਭਾਵ ਇਹ ਹੈ ਕਿ ਇਸ ਜਗਤ ਦੇ ਵਿੱਚ ਇਹਨੇ ਸਦੀਵ ਨਹੀਂ ਰਹਿਣਾ। ਅੱਗੇ ਕਹਿੰਦੇ, ਪਰਦੇਸੀ ਕਹਿ ਘਾਗਰੈ।
ਘਾਗਰੇ ਦਾ ਭਾਵ ਪਰਦੇਸੀ ਦਾ ਸਰੀਰ, ਜਿਹਦੇ ਕਰਕੇ ਉਹ ਉਹਦੇ ਆਉਣ ਦਾ ਇੱਥੇ ਪਤਾ ਲੱਗਿਆ। ਹੁਣ ਜਿਵੇਂ ਇੱਕ ਜੀਵ ਆਤਮਾ ਇੱਥੇ ਆਈ ਹੋਵੇ, ਉਹਦਾ ਪਤਾ ਕਿਵੇਂ ਲੱਗਦਾ ਹੈ? ਇੱਕ ਜੀਵੰਤ ਸਰੀਰ ਆਵੇ ਤਾਂ ਪਤਾ ਲੱਗਦਾ ਕਿ ਇਹਦੇ ਅੰਦਰ ਜੋਤ ਰੂਪ ਵਰਤ ਰਹੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਪਰਦੇਸੀ ਕਹਿ ਘਾਗਰੈ ਚੌ ਦਿਸ ਲਾਗੀ ਆਗ। ਹੁਣ ਉਹਦੇ ਚੌਹਾਂ ਤਰਫਾਂ ਦੇ ਪਾਸੇ ਅੱਗ ਲੱਗ ਗਈ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਖਿੰਥਾ ਜਲ ਕੋਇਲਾ ਪਈ ਤਾਗੇ ਆਂਚ ਨਾ ਲਾਗ। ਜੋਗੀ ਨਾ ਇੱਕ ਉਹ ਬਣਾ ਕੇ ਕੱਪੜੇ ਦੀ ਲੰਬਾ ਜਿਹਾ ਗੋਦੜੀ ਜੀ ਬਣਾ ਲੈਂਦੇ ਨੇ, ਉਹਦੇ ਵਿੱਚੋਂ ਆਪਣੇ ਥੋੜ੍ਹੇ ਬਹੁਤੇ ਇੱਕ ਦੋ ਵਸਤਰ ਰੱਖਦੇ ਨੇ ਬੜੇ ਪੁਰਾਣੇ ਦੇ, ਉਹਨੂੰ ਗੋਦੜੀ ਕਿਹਾ ਜਾਂਦਾ। ਗੁਰਬਾਣੀ 'ਚ ਉਹਦਾ ਨਾਂ ਖਿੰਥਾ ਆਇਆ, ਹਿੰਦੀ 'ਚ ਉਹਨੂੰ ਕੰਥਾ ਵੀ ਕਿਹਾ ਜਾਂਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਖਿੰਥਾ ਜਲ ਭਾਵ ਕਿ ਉਹ ਜਿਹੜੀ ਗੋਦੜੀ ਹੈ, ਭਾਵ ਕਿ ਸਰੀਰ ਰੂਪ ਗੋਦੜੀ, ਉਹ ਜਲ ਗਈ ਹੈ। ਤਾਗੇ ਆਂਚ ਨਾ ਲਾਗ, ਪਰ ਜਿਹੜੀ ਆਤਮਾ ਦੇ ਧਾਗੇ ਨੇ ਇਸ ਸਰੀਰ ਨੂੰ ਬੰਨ੍ਹ ਕੇ ਰੱਖਿਆ ਹੋਇਆ ਸੀ, ਉਹਨੂੰ ਜਰਾ ਜਿੰਨਾ ਅੱਗ ਨੇ ਨਹੀਂ ਸਾੜਿਆ। ਹੁਣ ਇਸ ਦੇ ਦੋ ਭਾਵ ਆਪ ਦੇ ਨਾਲ ਸਨਮੁਖ ਸਾਂਝੇ ਕਰਾਂ। ਕਬੀਰ ਸਾਹਿਬ ਜੀ ਨੇ ਕਿਹਾ ਕਿ ਪਰਦੇਸੀ ਕਹਿ ਘਾਗਰ। ਹੁਣ ਜਿਵੇਂ ਉਦਾਹਰਨ ਦੇ ਤੌਰ 'ਤੇ ਇਹਨੂੰ ਸਰਲ ਤੌਰ 'ਤੇ ਸਮਝਣਾ ਹੋਵੇ, ਕਈ ਬੰਦੇ ਭਾਰਤ ਤੋਂ ਵਿਦੇਸ਼ਾਂ ਨੂੰ ਪ੍ਰਵਾਸ ਕਰ ਜਾਂਦੇ ਨੇ, ਘਰ ਦੀਆਂ ਲੋੜਾਂ ਕਰਕੇ ਜਾਂ ਆਪਣੇ ਜੀਵਨ ਦੀ ਕਿਸੇ ਸਫਲਤਾ ਕਰਕੇ ਉਹਨੂੰ ਸਟੇਬਲ ਕਰਨ ਦੇ ਲਈ ਚਲੇ ਜਾਂਦੇ। ਕਈ ਉੱਧਰ ਜਾ ਕੇ ਬੜੇ ਸਜਗ ਰਹਿੰਦੇ ਨੇ, ਆਪਣਾ ਸਾਰਾ ਯਤਨ ਆਪਣੀ ਸਫਲਤਾ ਨੂੰ ਹੀ ਸਮਰਪਿਤ ਕਰ ਦਿੰਦੇ ਨੇ। ਕਈ ਪ੍ਰਵਾਸ ਵੀ ਕਰ ਜਾਂਦੇ ਨੇ ਪਰ ਬੇਪਰਵਾਹ ਰਹਿੰਦੇ ਨੇ, ਕੋਈ ਪਰਵਾਹ ਨਹੀਂ ਕਮਾਈ ਦੀ ਜਾਂ ਉੱਧਰ ਦੇ ਜੋ ਕਾਨੂੰਨ ਆਦਿਕ ਨੇ, ਕੋਈ ਪਰਵਾਹ ਨਹੀਂ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਕਬੀਰ ਪਰਦੇਸੀ ਕਹਿ ਘਾਗਰ ਹੈ। ਦੋ ਜੀਵ ਸੰਸਾਰ 'ਤੇ ਆਏ ਨੇ, ਇੱਕ ਉਹ ਹੈ ਜਿਹੜਾ ਇੱਥੇ ਆ ਕੇ ਉਹਨੇ ਆਪਣੇ ਆਪ ਨੂੰ ਬਿਲਕੁਲ ਚੇਤੇ ਰੱਖਿਆ ਕਿ ਮੇਰੇ ਮਨ ਪਰਦੇਸੀ ਵੇ ਪਿਆਰੇ ਆਓ ਘਰੇ। ਇੱਕ ਬਿਲਕੁਲ ਪਰਦੇਸੀ ਜਾਗਦਾ ਰਿਹਾ, ਉਹਨੂੰ ਪਤਾ ਹੈ ਕਿ ਇੱਥੇ ਥੋੜ੍ਹੇ ਸਮੇਂ ਦਾ ਆਪਣਾ ਰਹਿਣ ਬਸੇਰਾ ਹੈ, ਮੁੜ ਕੇ ਇੱਥੋਂ ਚੱਲਣਾ ਪੈਣਾ। ਕਹਿੰਦੇ ਇੱਕ ਉਹ ਜਿਹੜਾ ਬਿਲਕੁਲ ਬੇਪਰਵਾਹ ਰਿਹਾ, ਉਹਨੇ ਕੋਈ ਨਾ ਚਿੰਤਾ ਕੀਤੀ ਕਿ ਕਿੰਨਾ ਸਮਾਂ ਇਸ ਦੇਸ਼ ਦੇ ਵਿੱਚ ਸਾਨੂੰ ਰਹਿਣ ਦਾ ਮਿਲਿਆ, ਇਸ ਸੰਸਾਰ ਦੇ ਵਿੱਚ। ਕਹਿੰਦੇ ਉਹ ਆਪਣੇ ਅਚੇਤ ਜੇ ਕਰਮ ਕਰਦਾ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਦੇਸੀ ਕਹਿ ਘਾਗਰ ਹੈ। ਜਿਹੜਾ ਬਿਲਕੁਲ ਬੇਪਰਵਾਹ ਸੀ, ਲਾਪਰਵਾਹ ਸੀ, ਉਹਦੇ ਘਾਗਰ ਹੈ ਭਾਵ ਉਹਦੇ ਸਰੀਰ ਰੂਪ ਦੇ ਵਿੱਚ ਜਿਹੜਾ ਵਿਕਾਰਾਂ ਦਾ ਦਖਲ ਵੱਧ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੌ ਦਿਸ ਲਾਗੀ ਆਗ। ਚੌ ਦਿਸ ਦਾ ਭਾਵ ਤਨ ਵੀ ਮਲੀਨ ਹੋ ਗਿਆ, ਮਨ ਵੀ ਮਲੀਨ ਹੋ ਗਿਆ, ਅਤੇ ਜਿਹੜਾ ਚਿੱਤ ਹੈ ਉਹ ਵੀ ਬਿਲਕੁਲ ਮੈਲਾ ਹੋ ਗਿਆ, ਅਤੇ ਜਿਹੜੀ ਸੁਰਤ ਹੈ ਉਹ ਬਿਲਕੁਲ ਸੰਸਾਰ ਵਿੱਚ ਫਸ ਗਈ। ਇਹ ਚਾਰ ਦਿਸ਼ਾਵਾਂ ਨੇ ਸਾਡੇ ਸਰੀਰ ਦੀਆਂ, ਇਹਨਾਂ ਚੌਵਾਂ ਦਿਸ਼ਾਵਾਂ ਕਰਕੇ ਸਰੀਰ ਬਣਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਚੌ ਦਿਸ ਲਾਗੀ ਆਗ। ਹੁਣ ਚੌਵਾਂ ਤਰਫਾਂ 'ਤੇ ਵਿਕਾਰਾਂ ਦੀ ਅੱਗ ਲੱਗ ਚੁੱਕੀ ਹੈ। ਤਾਂ ਹੁਣ ਜਦੋਂ ਪਰਦੇਸੀ ਦਾ ਇਹ ਜੀਵਨ ਹੈ, ਇਹ ਜਿਹੜਾ ਅੱਗ ਦੇ ਸਹਿਤ ਹੋ ਗਿਆ ਹੈ ਕਿ ਮਨ ਹਰ ਵੇਲੇ ਵਿਕਾਰਾਂ ਦੇ, ਹੁਣ ਇਹ ਗੱਲ ਕਿਵੇਂ ਚੱਲਦੀ ਹੈ? ਮਨ ਵਿਕਾਰਾਂ ਦੇ ਫੁਰਨੇ ਦਿੰਦਾ ਹੈ, ਜਿਹੜਾ ਮਨ ਫਿਰ ਚਿੱਤ ਨੂੰ ਭਰਮਾਉਂਦਾ ਹੈ। ਚਿੱਤ ਦਾ ਮਤਲਬ ਹੈ ਕਿ ਬੰਦੇ ਕੋਲੋਂ ਬੇਵੱਸ ਹੋ ਜਾਂਦਾ ਉਹ ਕੰਮ ਕਰਨ ਤੋਂ, ਅਤੇ ਚਿੱਤ ਪ੍ਰਭਾਵ ਪਾਉਂਦਾ ਸਰੀਰ 'ਤੇ, ਅਤੇ ਸਰੀਰ ਜਦੋਂ ਉਹ ਵਿਕਾਰੀ ਕਰਮ ਨੂੰ ਕਰ ਲੈਂਦਾ ਤਾਂ ਬਿਲਕੁਲ ਸੁਰਤ ਮਲੀਨ ਹੋ ਜਾਂਦੀ ਹੈ। ਸੁਰਤ ਮਲੀਨ ਹੋਣ ਦਾ ਮਤਲਬ ਹੈ ਕਿ ਚੰਗੇ ਤਰਫ ਦਾ ਖਿਆਲ ਹੀ ਨਾ ਆਉਣਾ, ਬਿਲਕੁਲ ਜਿਵੇਂ ਸੁਰਤ ਬਾਝ ਹੋ ਜਾਣੀ। ਜਿਵੇਂ ਬਾਝ ਦਾ ਮਤਲਬ ਹੁੰਦਾ ਨਾ ਕਿ ਉਹਦੇ ਵਿੱਚ ਸਮਰੱਥਾ ਹੀ ਮੁੱਕ ਜਾਣੀ। ਸੁਰਤ ਮਲੀਨ ਹੋਣ ਦਾ ਮਤਲਬ ਹੈ ਕਿ ਬੰਦੇ ਨੂੰ ਭੁੱਲ ਹੀ ਜਾਣਾ ਕਿ ਮੈਂ ਕਿਸੇ ਪਾਵਨਤਾ ਦੇ ਵਿੱਚੋਂ, ਪਵਿੱਤਰਤਾ ਦੇ ਵਿੱਚੋਂ ਪੈਦਾ ਹੋਇਆ, ਪਹਿਲਾਂ ਭੁੱਲ ਜਾਣਾ, ਅਤੇ ਮੁੜ ਕੇ ਇਹੋ ਜਿਹੇ ਅਭਿਆਸ ਵਿੱਚ ਫਸ ਜਾਣਾ ਕਿ ਛੁੱਟਣ ਦੇ ਯਤਨ ਕਰਨ ਦੇ ਬਾਵਜੂਦ ਵੀ ਵਿਕਾਰਾਂ ਦੇ ਅਸਮੰਜਸ ਤੋਂ ਉੱਭਰ ਨਾ ਸਕਣਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਪਰਦੇਸੀ ਕਹਿ ਘਾਗਰ ਹੈ। ਜਿਹੜੇ ਲਾਪਰਵਾਹ ਪਰਦੇਸੀ ਸਨ, ਉਹਨਾਂ ਦੇ ਘਾਗਰ ਹੈ ਚੌ ਦਿਸ ਲਾਗੀ ਆਗ। ਉਹਨਾਂ ਦੇ ਚੌਹਾਂ ਤਰਫਾਂ ਵਿਕਾਰਾਂ ਦੀ ਅੱਗ ਲੱਗ ਗਈ ਹੈ, ਅਤੇ ਹੁਣ ਉਸ ਅੱਗ ਦੇ ਵਿੱਚ ਜਲ ਰਹੇ ਨੇ ਅਤੇ ਕਹਿ ਰਹੇ ਨੇ ਕਿ ਸੰਸਾਰ ਬੜਾ ਭੈੜਾ ਹੈ ਜਾਂ ਸੰਸਾਰ ਬੜਾ ਭਿਆਨਕ ਹੈ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਗੱਲ ਦਾ ਚੇਤਾ ਹੀ ਨਹੀਂ ਰੱਖਿਆ ਕਿ ਪਹਿਲਾਂ ਤਾਂ ਖੁਦ ਪਰਦੇਸੀ ਹਾਂ, ਦੂਜਾ ਆਪਣੇ ਚੌਹਾਂ ਤਰਫ ਵਿਕਾਰਾਂ ਦੀ ਅੱਗ ਲਾ ਰਹੀ। ਅਤੇ ਭਗਤ ਕਬੀਰ ਸਾਹਿਬ ਜੀ ਕਹਿੰਦੇ ਖਿੰਥਾ ਜਲ ਕੋਇਲਾ ਪਈ। ਉਹ ਗੋਦੜੀ ਸੜ ਗਈ ਹੈ ਵਿਕਾਰਾਂ ਦੇ ਵਿੱਚ, ਅੰਦਰ ਰੂਹਾਨੀ ਜੀਵਨ ਬੰਦੇ ਦਾ ਮਰ ਚੁੱਕਿਆ ਹੈ। ਕਹਿੰਦੇ ਪਰ ਫਿਰ ਵੀ ਤਾਗੇ ਆਂਚ ਨਾ ਲਾਗ, ਪਰ ਜਿਹੜਾ ਆਤਮ ਸਰੂਪ ਹੈ ਉਹਨੂੰ ਮੈਲ ਕਿਸੇ ਪ੍ਰਕਾਰ ਨਹੀਂ ਪੋ ਸਕੀ। ਇਹ ਪਹਿਲਾ ਭਾਵ। ਦੂਜਾ ਭਾਵ ਇਹ ਹੈ, ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਦੇਸੀ ਕਹਿ ਘਾਗਰ ਹੈ। ਹੁਣ ਉਦਾਹਰਨ ਦੇ ਤੌਰ 'ਤੇ ਨਾ ਗੁਰਬਾਣੀ 'ਚ ਵਾਕ ਆਉਂਦਾ ਵਣਜਾਰਾ, ਪਰਦੇਸੀ, ਇਹ ਵਾਕ ਜੀਵ ਨੂੰ ਕਹੇ ਗਏ ਨੇ, ਮੁਸਾਫਰ ਕਿਹਾ ਗਿਆ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਦੇਸੀ ਕਹਿ ਘਾਗਰ ਹੈ। ਪਰਦੇਸੀ ਇੱਥੇ ਆਇਆ ਭਾਵ ਆਤਮਾ ਰੂਪ ਪਰਦੇਸੀ ਇਸ ਸੰਸਾਰ ਦੇ ਵਿੱਚ ਆਈ, ਸਰੀਰ ਦਾ ਘਾਗਰਾ ਭਾਵ ਉਹਦਾ ਔਰਾ ਲੈ ਕੇ। ਇੱਥੇ ਆ ਕੇ ਜਦੋਂ ਉਹ ਆਤਮਾ ਰੁਖਸਤ ਹੋ ਗਈ
ਤਾਂ ਚੌ ਦਿਸ ਲਾਗੀ ਆਗ, ਭਾਵ ਜਦੋਂ ਉਹਨੂੰ ਜਲਾਇਆ ਗਿਆ ਤੇ ਉਹਦੇ ਚੌਵੇਂ ਤਰਫ ਅੱਗ ਲਗਾਈ। ਜਿਵੇਂ ਜੀਵ ਨੂੰ ਅਗਨ ਭੇਟ ਕਰਦੇ ਹਾਂ ਅਸੀਂ, ਤਾਂ ਉਹਦੇ ਚੌਵੇਂ ਤਰਫ ਅੱਗ ਘੁਮਾਉਂਦੇ ਹਾਂ। ਭਗਤ ਕਬੀਰ ਸਾਹਿਬ ਜੀ ਕਹਿੰਦੇ ਉਹ ਅੱਗ ਲਗਾਈ, ਉਹਨੇ ਸਰੀਰ ਦੇ ਸਾਰੇ ਘਾਗਰੇ ਨੂੰ ਭਾਵ ਨਾਸ ਕਰ ਦਿੱਤਾ ਸਾੜ ਕੇ। ਤਾਗੇ ਆਂਚ ਨਾ ਲਾਗ, ਪਰ ਜਿਹੜਾ ਆਤਮਾ ਰੂਪ ਤਾਗਾ ਸੀ, ਆਤਮਾ ਰੂਪ ਪਰਦੇਸੀ ਅੰਸ਼ ਸੀ, ਕਹਿੰਦੇ ਉਹ ਉਸੇ ਵੇਲੇ ਰੁਖਸਤ ਹੋ ਗਿਆ। ਉਹਨੂੰ ਨਹੀਂ ਜਲਾਇਆ ਜਾ ਸਕਿਆ, ਨਾ ਉਹਨੂੰ ਕੱਟਿਆ ਜਾ ਸਕਿਆ। ਇਸ ਕਰਕੇ ਇਸ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਜੀਵਨ ਦੀ ਉੱਚਤਾ ਅਤੇ ਜੀਵਨ ਦੀ ਨਿਰਲੇਪਤਾ ਕਿਵੇਂ ਹੋਣੀ ਚਾਹੀਦੀ ਹੈ, ਦੋ ਨੁਕਤੇ ਇਕੱਠੇ ਸਮਝਾ ਰਹੇ ਹਨ। ਕਿ ਭਾਵ ਕਿ ਲਾਪਰਵਾਹ ਰਹੇ ਤਾਂ ਵਿਕਾਰਾਂ ਨੇ ਜੀਵਨ ਨੂੰ ਬਿਲਕੁਲ ਦਗਦ ਕਰ ਦਿੱਤਾ, ਅਤੇ ਉਸ ਤੋਂ ਬਾਅਦ ਜਦੋਂ ਅਗਨ ਦੇ ਵਿੱਚ ਭੇਟ ਹੋਣਾ ਪਿਆ ਅਤੇ ਅਗਨ ਨੇ ਸਰੀਰ ਨੂੰ ਤਾਂ ਸਾੜ ਲਿਆ ਪਰ ਆਤਮ ਰੂਪ ਅੰਸ਼ ਨੂੰ ਨਹੀਂ ਸਾੜ ਸਕੀ। ਤਾਂ ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਪਰਦੇਸੀ ਨੂੰ ਇਹ ਸੂਝ ਰਹਿਣੀ ਚਾਹੀਦੀ ਹੈ ਕਿ ਜਿਹੜਾ ਮੈਂ ਲਿਬਾਸ ਆਤਮ ਸਰੀਰ ਦਾ ਪਾ ਕੇ ਇੱਥੇ ਘੁੰਮ ਰਿਹਾ ਹਾਂ, ਇਹ ਛੁੱਟਣ ਵਾਲਾ ਹੈ। ਪਹਿਲੀ ਗੱਲ ਤਾਂ ਵਿਕਾਰਾਂ ਨਾਲ ਠੱਗਿਆ ਜਾਵੇਗਾ, ਜੇ ਵਿਕਾਰਾਂ ਦੇ ਠੱਗਣ ਤੋਂ ਬਚਿਆ ਗਿਆ ਤਾਂ ਇਹਨੂੰ ਜਲਣਾ ਰਾਖ ਹੋਣਾ ਪਏਗਾ। ਇਸ ਕਰਕੇ ਇਹ ਲਿਬਾਸ ਮੇਰਾ ਅੰਤਮ ਨਹੀਂ ਹੈ, ਇਹ ਲਿਬਾਸ ਮੇਰਾ ਅੰਤਮ ਨਹੀਂ ਹੈ। ਮੇਰਾ ਅੰਤਮ ਸਰੂਪ ਮੇਰੀ ਆਤਮਾ ਹੀ ਹੈ ਅਤੇ ਮੈਂ ਉਹਦੇ ਨਾਲ ਹੀ ਅਭੇਦ ਹੋਣਾ ਅਤੇ ਉਹੀ ਮੇਰਾ ਮੂਲ ਹੈ। ਜਿਵੇਂ ਇਵੇਂ ਕਹਿ ਲਓ ਕਿ ਜਿਵੇਂ ਬੰਦਾ ਕਿੰਨਾ ਸਮਾਂ ਵਿਦੇਸ਼ ਚਲਾ ਰਿਹਾ ਅਤੇ ਦੁਬਾਰਾ ਫਿਰ ਉਹਦਾ ਜਿਹੜਾ ਮੂਲ ਜਿੱਥੇ ਉਹ ਪੈਦਾ ਸਾਰਾ ਕੁਝ ਹੋਇਆ ਹੁੰਦਾ ਉਹਦੇ ਅੰਦਰ ਉਹ ਥਾਂ ਬਣੀ ਰਹਿੰਦੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਿਹੜਾ ਸਾਡਾ ਆਤਮ ਸਰੂਪ ਹੈ, ਜਿਹੜਾ ਨਾ ਜਲਾਇਆ ਜਾ ਸਕਦਾ, ਜਿਹੜਾ ਜੰਮਣ ਮਰਨ 'ਚ ਵੀ ਨਹੀਂ ਆਉਂਦਾ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਜੋਗੀ ਉਸ ਤੱਤ ਤੱਕ ਪਹੁੰਚ ਜਾਏ, ਪਰਦੇਸੀ ਉਸ ਤੱਤ ਨੂੰ ਪ੍ਰਾਪਤ ਕਰ ਲਏ, ਤਾਂ ਉਹਦੇ ਜੀਵਨ ਦੀ ਫਿਰ ਸਫਲਤਾ ਹੈ। ਕਬੀਰ ਖਿੰਥਾ ਜਲ ਕੋਇਲਾ ਭਈ, ਖਾਪਰ ਫੂਟ ਮਫੂਟ। ਇਸੇ ਸ਼ਲੋਕ ਦਾ ਗਿਆਨਮਈ ਵਿਕਸਿਤ ਰੂਪ ਭਗਤ ਕਬੀਰ ਸਾਹਿਬ ਜੀ ਬਖਸ਼ਿਸ਼ ਕਰਦੇ ਹਨ। ਕਬੀਰ ਖਿੰਥਾ ਜਲ ਕੋਇਲਾ ਭਈ, ਕਿਸੇ ਪ੍ਰਕਾਰ ਸਰੀਰ ਰੂਪ ਗੋਦੜੀ ਜੜ ਕੇ ਕੋਇਲਾ ਭਾਵ ਰਾਖ ਹੋ ਗਈ ਹੈ। ਖਾਪਰ ਫੂਟ ਮਫੂਟ, ਜਿਹੜਾ ਖੱਪਰ ਸੀ ਜਿਹਦੇ ਵਿੱਚ ਜੋਗੀ ਭਿੱਖਿਆ ਮੰਗਦੇ ਹਨ, ਕਹਿੰਦੇ ਉਹ ਟੁੱਟ ਫੁੱਟ ਗਿਆ ਹੈ। ਜੋਗੀ ਬੱਪੜਾ ਖੇਲੇ ਉੱਤੇ ਜੋਗੀ ਜਿਹੜਾ ਭਾਵ ਕਿ ਆਤਮਾ ਰੂਪ ਜੋਗੀ, ਉਹ ਇਸ ਸਰੀਰ ਦੇ ਵਿੱਚ ਖੇਲ ਗਿਆ, ਹੁਣ ਚਲਿਆ ਗਿਆ। ਆਸਨ ਰਹੀ ਬਭੂਤ, ਅਤੇ ਉਹਦਾ ਮਗਰ ਆਸਣ ਕੀ ਰਹਿ ਗਿਆ, ਕੇਵਲ ਸੁਆਹਾ। ਹੁਣ ਇਹ ਵੀ ਸ਼ਲੋਕ ਆਪਣੇ ਆਪ ਦੇ ਵਿੱਚ ਬੜਾ ਦੀਰਘ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਖਿੰਥਾ ਜਲ ਕੋਇਲਾ ਭਈ, ਖਿੰਥਾ ਦਾ ਭਾਵ ਕਿ ਸਰੀਰ। ਭਗਤ ਕਬੀਰ ਸਾਹਿਬ ਜੀ ਕਹਿੰਦੇ ਕੋਇਲਾ ਭਈ, ਭਾਵ ਕਿ ਵਿਕਾਰਾਂ ਦੇ ਸਹਿਤ ਸੜ ਸੜ ਕੇ ਬਿਲਕੁਲ ਕੋਇਲਾ ਹੋ ਗਿਆ ਇਹ ਸਰੀਰ ਜਿਹੜਾ ਹੈ। ਭਾਵ ਕਿ ਕਿਤੇ ਨਾਮ ਰਸ ਦਾ ਅਨੁਭਵ ਬਚਿਆ ਨਹੀਂ। ਹੁਣ ਨਾਮ ਰਸ ਦੇ ਅਨੁਭਵ ਦਾ ਮੈਂ ਇੱਕ ਦਿਨ ਥੋੜ੍ਹਾ ਜਿਹਾ ਖਿਆਲਾਤ ਬਣਾ ਰਿਹਾ ਸਾਂ ਕਿ ਨਾਮ ਰਸੀ ਦੇਹ ਕੀ ਹੁੰਦੀ ਹੈ। ਹੁਣ ਅਸੀਂ ਬਹੁਤ ਵਾਰੀ ਨਾਮ ਰਸ ਬਾਰੇ ਜ਼ਿਕਰ ਸੁਣਦੇ ਹਾਂ। ਨਾਮ ਰਸੀ ਦੇਹ ਹੁੰਦੀ ਹੈ ਕਿ ਜਿਹੜੀ ਸੁਰਤ ਨੂੰ ਲੱਗਦਾ ਹੈ ਕਿ ਕੀਰਤਨ ਮੇਰੇ ਜੀਵਨ ਦਾ ਇੱਕ ਵੱਡਾ ਪੱਖ ਬਣ ਗਿਆ ਹੈ, ਜਾਂ ਜਿਹਨੂੰ ਲੱਗਣ ਲੱਗ ਪਿਆ ਕਿ ਮੇਰੇ ਕਦਮ ਅਗਰ ਗੁਰੂ ਦੁਆਰ ਤਰਫ ਚੱਲਦੇ ਨੇ, ਇਹੋ ਜਿਹਾ ਜਿਹਦੇ ਮਨ ਅੰਦਰ ਭਾਵ ਬਣਦੇ ਨੇ, ਇਹਦਾ ਮਤਲਬ ਉਹ ਨਾਮ ਰਸੀ ਜੀਵਨ ਦੇ ਵਿੱਚ ਢਲ ਚੁੱਕਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਹੁਣ ਜਿਹੜੇ ਬੰਦੇ ਦੇ ਦੇਹ ਵਿੱਚ ਨਾਮ ਰਸ ਦਾ ਅਨੁਭਵ ਨਹੀਂ ਬਣ ਰਿਹਾ, ਤਾਂ ਉਹ ਸਤ ਸੰਗਤ ਵਿੱਚ ਕਿਵੇਂ ਜੁੜ ਕੇ ਬੈਠ ਸਕੇਗਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸ ਕਰਕੇ ਨਾ ਇੱਕ ਹੋਰ ਪੱਖ ਇਹਦੇ ਵਿੱਚ ਸਾਂਝਾ ਕਰਦੇ ਹਾਂ। ਜਦੋਂ ਸਾਡਾ ਜੀਵਨ ਮਲੀਨ ਹੁੰਦਾ ਸਾਨੂੰ ਕੁਝ ਨਹੀਂ ਪਤਾ ਲੱਗਦਾ। ਜਿਵੇਂ ਉਦਾਹਰਨ ਦੇ ਤੌਰ 'ਤੇ ਮਾਤਾ ਇੱਕ ਬੱਚੇ ਦੀ ਪਰਵਰਿਸ਼ ਕਰਦੀ, ਸੰਭਾਲ ਕਰਦੀ ਹੈ, ਉਹਦੇ ਕੱਪੜੇ ਮੈਲੇ ਹੋ ਜਾਣ ਨਾ ਸਕੂਲ ਜਾਣ ਤੋਂ ਬਾਅਦ ਜਾਂ ਕਿਤੇ ਖੇਡਣ ਗਿਆ, ਤਾਂ ਮਾਤਾ ਤੁਰੰਤ ਉਹਦੇ ਘਰ ਆਉਂਦੇ ਕੱਪੜੇ ਉਤਾਰ ਕੇ ਉਹਨੂੰ ਵੀ ਇਸ਼ਨਾਨ ਕਰਵਾ ਦਿੰਦੀ ਹੈ, ਕੱਪੜੇ ਵੀ ਧੋ ਦਿੰਦੀ ਹੈ ਅਤੇ ਉਹਨੂੰ ਬਿਲਕੁਲ ਸਵੱਛ ਕਰ ਦਿੰਦੀ ਹੈ। ਹੁਣ ਮਾਤਾ ਨੂੰ ਇਹ ਕਰਮ ਆ ਰਿਹਾ ਹੈ, ਇਹ ਚੰਗਾ ਕਰਮ ਹੈ, ਉਹਦੀ ਸੰਭਾਲ ਕਰ ਰਹੀ ਹੈ। ਪਰ ਜਿਉਂ ਬੱਚੇ ਦੀ ਅਵਸਥਾ ਵੱਧਦੀ ਹੈ, ਮਾਤਾ ਨੂੰ ਉਹਦੇ ਚਿੱਤ ਦਾ ਵੀ ਖਿਆਲ ਰੱਖਣਾ ਚਾਹੀਦਾ ਕਿ ਇਹਦਾ ਚਿੱਤ ਸਵੱਛ ਰਹਿ ਰਿਹਾ ਕਿ ਨਹੀਂ, ਇਹਦਾ ਮਨ ਇਕਾਗਰ ਹੈ ਕਿ ਨਹੀਂ, ਇਹਦੀ ਸੁਰਤ ਕਿਤੇ ਸੰਸਾਰ ਮੁਖੀ ਵਿਕਾਰਾਂ ਵਾਲੀ ਹੋ ਰਹੀ ਕਿ ਨਹੀਂ ਹੋ ਰਹੀ। ਜੇ ਇਸ ਗੱਲ ਦੀ ਵੀ ਮਾਤਾ ਚਿੰਤਾ ਕਰ ਰਹੀ ਹੈ ਤਾਂ ਸਮਝ ਲਓ ਉਹਨੂੰ ਅਧਿਆਤਮਿਕ ਜੀਵਨ ਵੀ ਦੇ ਸਕੇਗੀ। ਸਰੀਰਕ ਜੀਵਨ ਤਾਂ ਦੇ ਦਿੱਤਾ ਕੁਦਰਤੀ ਤੌਰ 'ਤੇ, ਪਰ ਉਹਨੂੰ ਅਧਿਆਤਮਿਕ ਜੀਵਨ ਵੀ ਦੇ ਸਕੇਗੀ। ਅਤੇ ਜੇ ਅਧਿਆਤਮਿਕ ਜੀਵਨ ਦੇ ਦੇਗੀ ਅਤੇ ਉਹ ਮਾਤਾ ਹੀ, ਜਿਹਨੂੰ ਗੁਰਬਾਣੀ 'ਚ ਹੁੰਦਾ ਨਾ ਗੁਰਦੇਵ ਮਾਤਾ, ਉਹਦਾ ਭਾਵ ਇਹੀ ਹੈ ਕਿ ਗੁਰ ਸਰੂਪ ਦਾ ਗਿਆਨ ਜੇ ਮਾਤਾ ਕੋਲੋਂ ਹੀ ਪ੍ਰਗਟ ਜਾਵੇ ਤਾਂ ਮਾਤਾ ਹੀ ਗੁਰਦੇਵ ਹੋ ਜਾਂਦੀ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਖਿੰਥਾ ਜਲ ਕੋਇਲਾ ਪਈ, ਇਹ ਸਰੀਰ ਰੂਪ ਗੋਦੜੀ ਵਿਕਾਰਾਂ ਦੇ ਨਾਲ ਘਸ ਕੇ ਖੁਆਰ ਹੋ ਗਈ ਹੈ। ਖਾਪਰ ਭਾਵ ਕਹਿੰਦੇ ਜਿਹੜੇ ਵਿੱਚ ਭਿਕਸ਼ਾ ਮੰਗਦੇ ਸੀ। ਹੁਣ ਇੱਥੇ ਖਾਪਰ ਦਾ ਰੂਪਕ ਜੇ ਜ਼ਿਆਦਾ ਸਮਝੀਏ ਤਾਂ ਬਣਦਾ ਕਿ ਜਿਵੇਂ ਖੱਪਰ ਨੂੰ ਜੋਗੀ ਕੀ ਚੀਜ਼ ਮੰਗਦੇ ਨੇ, ਉਹ ਖੱਪਰ ਅੱਗੇ ਕਰਦੇ ਨੇ, ਉਹ ਖੁੱਲ੍ਹਾ ਜਿਹਾ ਹੁੰਦਾ, ਮਿੱਟੀ ਜਿਹਦਾ ਹੁੰਦਾ।
ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਮਨੁੱਖ ਦਾ ਖੱਪਰ ਕੀ ਹੈ? ਇਹਦਾ ਮਨ, ਜਿਹਦੇ ਵਿੱਚ ਵਿਕਾਰਾਂ ਦੀ ਭਿੱਖਿਆ ਮੰਗਦਾ ਰਹਿੰਦਾ, ਕਦੀ ਕ੍ਰੋਧ ਦੀ ਮੰਗਦਾ, ਕਦੀ ਕਾਮ ਦੀ ਮੰਗਦਾ। ਅਤੇ ਕਹਿੰਦੇ ਇਹ ਸਾਰੀ ਜ਼ਿੰਦਗੀ ਇਸ ਮਨ ਰੂਪ ਖੱਪਰ 'ਚ ਵਿਕਾਰਾਂ ਦੀ ਭਿੱਖਿਆ ਮੰਗਦਾ ਰਿਹਾ ਅਤੇ ਆਖਰ ਨੂੰ ਵਿਕਾਰਾਂ ਤਾਂ ਵੀ ਨਾ ਪੂਰੀ ਪਾਈ ਅਤੇ ਆਖਰ ਇਸ ਖੱਪਰ ਨੂੰ ਟੁੱਟਣਾ ਪੈ ਗਿਆ, ਭਾਵ ਕਿ ਮਨ ਅੱਧ 'ਚ ਹੀ ਵਿਨਸ ਗਿਆ ਕਿਉਂਕਿ ਸਰੀਰ ਨਹੀਂ ਰਿਹਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜੋਗੀ ਦਾ ਭਾਵ ਆਤਮਾ ਸਰੂਪ, ਉਹਨੇ ਇਸ ਸਰੀਰ ਦੇ ਵਿੱਚ ਰਹਿੰਦਿਆਂ ਹੋਇਆਂ ਬੱਪੂੜਾ ਖੇਲੋ ਐਸਾ ਖੇਲ ਕੀਤਾ ਕਿ ਜਦੋਂ ਛੱਡਣਾ ਸੀ ਉਹਨੇ ਕੋਈ ਪਰਵਾਹ ਨਾ ਕੀਤੀ ਆਤਮਾ ਨੇ, ਕਦੋਂ ਸਰੀਰ ਨੂੰ ਛੱਡ ਦੇਣਾ ਹੈ। ਕਹਿੰਦੇ ਆਸਨ ਰਹੀ ਭਭੂਤ, ਅਤੇ ਆਖਰ ਜਿਹੜਾ ਹੈ ਉਹ ਸਰੀਰ ਇੱਥੋਂ ਰੁਖਸਤ ਹੋ ਗਿਆ ਅਤੇ ਮਗਰ ਸਵਾਹ ਰਹਿ ਗਈ, ਭਾਵ ਕਿ ਆਤਮ ਸਰੂਪ ਸਰੀਰ ਦੇ ਵਿੱਚੋਂ ਉੱਡ ਗਿਆ ਅਤੇ ਮਗਰ ਜਿਹੜੇ ਵਿਕਾਰਾਂ ਦੀ ਖੇਹ ਸਵਾਹ ਸੀ, ਜਿਨ੍ਹਾਂ ਕਰਕੇ ਜੀਵਨ ਦਾ ਕੋਈ ਅਰਥ ਨਹੀਂ ਸੀ, ਕਹਿੰਦੇ ਕੇਵਲ ਉਹ ਬਾਕੀ ਰਹਿ ਗਈ ਹੈ। 2 ਸ਼ਲੋਕ ਕਿੰਨੇ ਦੀਰਘ ਨੇ। ਅਸੀਂ ਜੇ ਕਿਤੇ ਜਿਹੜੇ ਅਸੀਂ ਬਾਣੀ ਪੜ੍ਹਦੇ ਹਾਂ ਜਾਂ ਸਹਿਜ ਪਾਠ ਕਰਦੇ ਹਾਂ ਤਾਂ ਬਾਣੀ ਦਾ ਬੜਾ ਵੱਡਾ ਪਰਸਪੈਕਟਿਵ ਹੈ, ਸਾਰਾ ਸਾਡੇ ਦਿਮਾਗ ਦੇ ਵਿੱਚ ਹੋਣਾ ਚਾਹੀਦਾ ਇੱਕੋ ਸਮੇਂ 'ਤੇ ਹੀ। ਇਹ ਨਹੀਂ ਕਿ ਕਿਸੇ ਗੱਲ ਨੂੰ ਵਿਕੋ ਲਿੱਤੀ ਕਿਸੇ ਵੇਲੇ ਵਿਚਾਰ ਲਿਆ, ਕਿਸੇ ਨੂੰ ਕਿਸੇ ਵੇਲੇ ਵਿਚਾਰ ਲਿਆ। ਅਸੀਂ ਰੋਜ਼ਾਨਾ ਜਪਜੀ ਸਾਹਿਬ ਦੀ ਬਾਣੀ ਪੜ੍ਹਦੇ ਹਾਂ, ਉਹਦੇ ਵਿੱਚ ਸਾਨੂੰ ਅਧਿਆਤਮ ਯੋਗ ਸਿਖਾਇਆ ਗੁਰੂ ਨਾਨਕ ਸਾਹਿਬ ਜੀ ਨੇ। ਮੁੰਦਾ ਸੰਤੋਖ ਸਰਮਪਤ ਝੋਲੀ, ਧਿਆਨ ਕੀ ਕਰਹਿ ਵਿਭੂਤ ਖਿੰਥਾ ਕਾਲ। ਹੁਣ ਜਿਹੜਾ ਗੁਰੂ ਸਾਹਿਬ ਜੀ ਨੇ ਖਿੰਥਾ, ਹੁਣ ਕਈ ਵਾਰੀ ਇਸ ਗੱਲ ਪਹਿਲਾਂ ਇਸ ਵਿਚਾਰ ਦਾ ਹਾਮੀ ਨਹੀਂ ਸਾ, ਹੁਣ ਹੌਲੀ ਹੌਲੀ ਅਨੁਭਵ ਦੇ ਤਹਿਤ ਸਮਝਣਾ ਸ਼ੁਰੂ ਕਰ ਦਿੱਤਾ ਹੈ ਕਿ ਕਈ ਜਿਵੇਂ ਅਸੀਂ ਕਹਿੰਦੇ ਕੇਵਲ ਬਾਣੀ ਪੜ੍ਹਨੀ ਚਾਹੀਦੀ, ਇਹ ਬੜਾ ਉੱਤਮ ਕਰਮ ਹੈ ਆਪਣੇ ਆਪ 'ਚ, ਪਰ ਜੇ ਕਿਤੇ ਜ਼ਿੰਦਗੀ 'ਚ ਇੱਕ ਦਫਾ ਯਤਨ ਕਰਕੇ ਸਰਲ ਅਰਥ ਹੀ ਬਾਣੀ ਦੇ ਵਿਚਾਰ ਲਏ ਜਾਣ ਨਾ, ਤਾਂ ਉਹ ਤੁਹਾਨੂੰ ਆਪਣੇ ਅਗਲੇ ਅਨੁਭਵ ਸਮਝਣ ਦੇ ਵਿੱਚ ਬੜੀ ਮਦਦ ਕਰਨਗੇ। ਹੁਣ ਭਗਤ ਕਬੀਰ ਗੁਰੂ ਸਾਹਿਬ ਕਹਿੰਦੇ ਕਿ ਖਿੰਥਾ ਕਾਲ, ਉਹਦਾ ਭਾਵ ਕੀ ਹੈ ਕਿ ਜੋਗੀ ਕੀ ਕਰਦਾ ਹੈ, ਉਹ ਆਪਣੇ ਉੱਪਰ ਮੌਤ ਦੇ ਸੁਭਾਵ ਨੂੰ ਧਾਰਨ ਕਰਨਾ ਹੈ ਤਾਂ ਉਹ ਪਹਿਲਾਂ ਬਸਤਰ ਬਿਲਕੁਲ ਉਤਾਰ ਦਿੰਦਾ ਹੈ, ਫਿਰ ਆਪਣੇ ਪਿੰਡੇ 'ਤੇ ਸੁਆਹ ਮਿਲਦਾ ਹੈ ਕਿ ਮੈਂ ਵਾਕਿਆ ਹੀ ਸਰੀਰ ਨੂੰ ਨਾਸ਼ਵਾਨ ਜਾਣਿਆ। ਤਾਂ ਗੁਰੂ ਸਾਹਿਬ ਜੀ ਕਹਿੰਦੇ ਇਹ ਤਾਂ ਫਿਰ ਬਾਹਰਮੁਖੀ ਕਰਮ ਰਹਿ ਗਿਆ। ਹੋ ਸਕਦਾ ਪਿੰਡੇ 'ਤੇ ਸੁਆਹ ਮਲ ਕੇ ਕਿ ਬੰਦੇ ਦੇ ਅੰਦਰ ਮੌਤ ਦਾ ਭੈ ਹੋਵੇ ਨਾ, ਜਾਂ ਉਹ ਮੰਨੇ ਨਾ ਕਿ ਮੈਂ ਨਾਸ਼ਵਾਨ ਹਾਂ, ਗੱਲ ਤਾਂ ਅੰਤਰੀਵ ਦੀ ਹੈ ਨਾ। ਤਾਂ ਭਗਤ ਕਬੀਰ ਸਾਹਿਬ ਗੁਰੂ ਸਾਹਿਬ ਜੀ ਕਹਿੰਦੇ ਖਿੰਥਾ ਕਾਲ, ਖਿੰਥਾ ਕਾਲ ਦਾ ਭਾਵ ਹੈ ਕਿ ਆਪਣੀ ਦੇਹ ਦੇ ਨਾਸ਼ਵਾਨ ਭਾਵ ਨੂੰ ਹਰ ਵੇਲੇ ਆਪਣੇ ਚਿੰਤਨ 'ਚ ਰੱਖਣਾ। ਇਹ ਜਿਹੜੇ ਗੁਰਸਿੱਖ ਜੋਗੀ ਹਨ ਉਹਨਾਂ ਦੀ ਗੋਦੜੀ ਹੈ। ਇਹਦਾ ਮਤਲਬ ਸਾਨੂੰ, ਅਸੀਂ ਨਾ ਕਈ ਵਾਰੀ ਮੈਂ ਦੇਖਦਾ ਕਿ ਗੁਰੂ ਸਾਹਿਬਾਨਾਂ ਨੇ ਜਿਹੜਾ ਸਾਨੂੰ ਧਰਮ ਦਿੱਤਾ ਨਾ, ਜਾਂ ਧਰਮ ਦੀ ਸਾਧਨਾ ਦਿੱਤੀ, ਇੰਨੀ ਕੰਪਲੀਟ ਹੈ ਕਿ ਮਤਲਬ ਜੇ ਜੋਗੀ ਹੋਣ ਨੂੰ ਮਨ ਕਰੇ ਤਾਂ ਯੋਗ ਦੀ ਸਾਰੀ ਸਾਧਨਾ ਸਾਨੂੰ ਗੁਰੂ ਸਾਹਿਬ ਜੀ ਨੇ ਸਮਝਾਈ ਹੈ। ਜੇ ਉਦਾਸੀ ਹੋਣ ਦੀ, ਸੰਨਿਆਸੀ ਹੋਣ ਦੀ, ਬੈਰਾਗੀ ਹੋਣ ਦੀ ਕੋਈ ਵੀ ਹੋਵੇ ਤਾਂ ਗੁਰੂ ਸਾਹਿਬ ਜੀ ਨੇ ਸਾਨੂੰ ਉਹ ਸਮਝਾਈ ਹੋਈ ਹੈ। ਤਾਂ ਗੁਰੂ ਸਾਹਿਬ ਜੀ ਕਹਿੰਦੇ ਖਿੰਥਾ ਕਾਲ, ਭਾਵ ਕਿ ਆਪਣੇ ਸਰੀਰ ਦੇ ਨਾਸ਼ਵਾਨ ਭਾਵ ਨੂੰ ਹਰ ਵੇਲੇ ਆਪਣੇ ਅੰਦਰ ਹੰਡਾਉਣਾ। ਤਾਂ ਕਹਿੰਦੇ ਕੁਆਰੀ ਕਾਇਆ, ਤਾਂ ਆਪਣੀ ਕਾਇਆ ਨੂੰ ਕੁਆਰ ਪੁਣੇ ਵਰਗੀ ਪਵਿੱਤਰਤਾ ਦੇ ਵਿੱਚ ਰੱਖਣਾ। ਕੁਆਰ ਪੁਣੇ ਦੀ ਪਵਿੱਤਰਤਾ ਦਾ ਮਤਲਬ ਹੈ ਕਿ ਜਤ ਸਤ ਦਾ ਸੰਜਮ ਪੂਰਾ ਬਣਿਆ ਰਹਿਣਾ, ਮਨ ਗਿਆਨ ਕਰਮ ਇੰਦਰੇ ਕਿਸੇ ਵਿਕਾਰਾਂ ਦੇ ਜ਼ਬਤ ਕਰਕੇ ਨਾ ਡੋਲਦੇ ਹੋਣ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਖਿੰਥਾ ਜਲ ਕੋਇਲਾ ਭਈ ਖਾਪਰ ਫੂਟ ਮਫੂਟ, ਅਤੇ ਉਹੀ ਅੱਗੇ ਹੁਣ ਸਰੀਰ ਤੌਰ 'ਤੇ ਭਾਵ ਸੀ ਕਿ ਮਨ ਰੂਪ ਕਰਕੇ ਖੱਪਰ, ਫਿਰ ਇਸੇ ਪ੍ਰਕਾਰ ਜਿਹੜੀ ਸਰੀਰਕ ਰੂਪ ਦੇ ਵਿੱਚ ਖੋਪੜੀ ਬਣੀ ਸੀ, ਸਮਝਦਾ ਸੀ ਕਿ ਕਦੀ ਨਹੀਂ ਫੁੱਟ ਸਕਦੀ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਜਦੋਂ ਜਲਾਈ ਗਈ ਤਾਂ ਇਹ ਵੀ ਖੱਪ ਹੋ ਜਾਂਦੀ ਹੈ, ਭਾਵ ਕਿ ਫੁੱਟ ਜਾਂਦੀ ਹੈ। ਜੋਗੀ ਬੱਪੜਾ ਖੇਲਿਓ, ਭਾਵ ਕਿ ਦੇਖ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਚਰਜਤਾ ਦੇਖੋ ਕਿ ਜਦੋਂ ਆਤਮਾ ਸਰੂਪ ਇਸ ਸਰੀਰ ਰੂਪ ਖਿੰਥਾ ਦੇ ਵਿੱਚ ਵਾਸ ਕਰਦਾ ਰਿਹਾ ਜੋਗੀ। ਹੁਣ ਇੱਥੇ ਭਗਤ ਕਬੀਰ ਸਾਹਿਬ ਜੀ ਆਤਮਾ ਨੂੰ ਪਹਿਲਾਂ ਉਹਨਾਂ ਨੇ ਪਰਦੇਸੀ ਕਿਹਾ, ਬਾਅਦ 'ਚ ਉਹਨਾਂ ਜੋਗੀ ਕਿਹਾ। ਤਾਂ ਇਸੇ ਪ੍ਰਕਾਰ ਜੋਗੀ ਦਾ ਭਾਵ ਕਿ ਜਿਵੇਂ ਜੋਗੀ ਗ੍ਰਹਿ ਛੱਡ ਜਾਂਦਾ ਹੈ, ਇਵੇਂ ਜਦੋਂ ਆਤਮਾ ਰੂਪ ਜੋਗੀ ਇਸ ਸਰੀਰ ਨੂੰ ਛੱਡਦਾ ਹੈ ਤਾਂ ਭਗਤ ਕਬੀਰ ਸਾਹਿਬ ਜੀ ਕੀ ਕਹਿੰਦੇ ਆ, ਆਖਦੇ ਹਨ ਖਾਪਰ ਫੂਟ ਮਫੂਟ, ਅਤੇ ਉਹ ਸਾਰੇ ਕੁਝ ਨੂੰ ਤੋੜ ਜਾਂਦਾ। ਭਾਵ ਜਦੋਂ ਆਤਮਾ ਰੁਖਸਤ ਹੁੰਦੀ ਹੈ ਅਤੇ ਉਹਦੇ ਰੁਖਸਤ ਹੋਣ ਦਾ ਇਕੱਲਾ ਇਹੀ ਭਾਵ ਨਹੀਂ ਕਿ ਉਹ ਇਕੱਲੀ ਜਾ ਰਹੀ ਹੈ, ਉਹ ਮਗਰਲੀ ਆਪਣੀ ਜਿਹੜੀ ਸਰੀਰ ਰੂਪ ਖਿੰਥਾ ਹੈ ਉਹਨੂੰ ਵੀ ਖੇਰੂ ਕਰ ਜਾਂਦੀ ਹੈ, ਵਿਭੂਤ ਬਣਾ ਜਾਂਦੀ ਹੈ। ਉਹਦਾ ਜਿਹੜਾ ਮਗਰਲਾ ਪੱਖ ਰਹਿ ਜਾਂਦਾ ਹੈ ਉਹ ਕੇਵਲ ਖਾਕ ਰਹਿ ਜਾਂਦਾ। ਇਸ ਕਰਕੇ ਜੀਵਨ ਦੀ ਸਭ ਤੋਂ ਵੱਡੀ ਉੱਚਤਾ ਇਸ ਸ਼ਲੋਕ ਦੇ ਵਿੱਚ ਭਗਤ ਕਬੀਰ ਸਾਹਿਬ ਜੀ ਨੇ ਸਮਝਾਈ, ਔਰ ਵੇਖੋ ਸਮਝਾਈ ਯੋਗ ਦੇ ਨੁਕਤੇ ਤੋਂ। ਭਾਵ ਹੈ ਕਿ ਕੋਈ ਯੋਗ ਮੱਤ ਵਾਲਾ ਸਤ ਸੰਗਤ ਵਿੱਚ ਬੈਠਾ ਹੋਵੇ ਅਤੇ ਉਹ ਕਹੇ ਵੀ ਮੈਂ ਤਾਂ ਯੋਗ ਪਈ ਇਸ ਤਰ੍ਹਾਂ ਪੜ੍ਹਿਆ ਯੋਗ ਦਰਸ਼ਨ ਦੇ ਵਿੱਚ, ਮੈਨੂੰ ਗੁਰੂ ਗ੍ਰੰਥ ਸਾਹਿਬ ਜੀ ਯੋਗ ਮਾਰਗ ਦੀ ਸੋਝੀ ਵੱਖਰੇ ਤਰੀਕੇ ਨਾਲ ਕਿਵੇਂ ਦੇਣਗੇ। ਤਾਂ ਇਹ ਜਿਹੜੇ 2 ਸ਼ਲੋਕ ਨੇ ਉਹਨੂੰ ਦੀਰਘ ਸੋਝੀ ਦੇਣਗੇ ਕਿ ਜਿਹੜਾ ਗੁਰੂ ਨਾਨਕ ਦੇ ਦਰ ਘਰ ਵਿੱਚ ਯੋਗ ਦੀ ਕੰਸੈਪਸ਼ਨ ਹੈ ਜਾਂ ਯੋਗ ਦੀ ਸਾਧਨਾ ਹੈ ਉਹ ਇਸ ਪ੍ਰਕਾਰ ਦੀ ਹੈ। ਕਬੀਰ
ਥੋਰੈ ਜਲ ਮਾਛਲੀ ਝੀਵਰ ਮੇਲਿਓ ਜਾਲ। ਹੁਣ ਭਗਤ ਕਬੀਰ ਸਾਹਿਬ ਜੀ ਅਗਲੇ ਸ਼ਲੋਕ ਦੇ ਵਿੱਚ ਸਾਨੂੰ ਕਾਲ ਦੀ ਮਾਰ ਸਮਝਾਉਂਦਿਆਂ ਹੋਇਆਂ ਉਹਦੇ ਤੋਂ ਮੁਕਤ ਕਿਵੇਂ ਹੋਇਆ ਜਾ ਸਕਦਾ, ਇਹ ਪੱਖ ਸਮਝਾਉਂਦੇ ਹਨ। ਭਗਤ ਕਬੀਰ ਸਾਹਿਬ ਜੀ ਕਹਿੰਦੇ ਥੋਰੈ ਜਲ ਮਾਛਲੀ, ਕਿ ਨਿੱਕਾ ਜਿਹਾ ਟੋਬਾ ਹੈ, ਛੱਪੜ ਹੈ, ਉਹਦੇ ਵਿੱਚ ਮੱਛਲੀ ਹੈ, ਤਾਂ ਕਹਿੰਦੇ ਦੂਜੇ ਪਾਸੇ ਝੀਵਰ ਪਾ ਮੱਛੀਆਂ ਪਕੜਨ ਵਾਲਾ ਆ ਗਿਆ, ਉਹਨੇ ਆ ਕੇ ਜਾਲ ਪਾ ਦਿੱਤਾ ਹੈ। ਹੁਣ ਰਹਿ ਰਹੀ ਹੈ ਛੋਟੇ ਜਿਹੇ ਤਲਾਬ ਦੇ ਵਿੱਚ ਮੱਛੀ, ਜਾਲ ਵੀ ਉਹਨੇ ਪਾ ਦਿੱਤਾ ਹੈ, ਤਾਂ ਭੱਜ ਕੇ ਕਿੱਥੇ ਜਾਏਗੀ ਜਦੋਂ ਉੱਧਰ ਜਿਹੜਾ ਤਲਾਬ ਹੀ ਛੋਟਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਢੋਗ ਨੈ ਨਾ ਛੂਟ ਸਹੇ, ਜੇ ਇਸ ਟੋਬੇ ਦੇ ਵਿੱਚ ਤਲਾਬ ਦੇ ਵਿੱਚ ਨਿੱਕੇ ਜਿਹੇ ਵਿੱਚ ਰਹੋਗੇ ਤਾਂ ਜਿਹੜੀ ਸ਼ਿਕਾਰੀ ਦੇ ਜਾਲ ਤੋਂ ਨਹੀਂ ਬਚ ਸਕੋਗੇ। ਇਸੇ ਪ੍ਰਕਾਰ ਫਿਰ ਕਰ ਸਮੁੰਦ ਸਮਾਲ, ਇਸ ਕਰਕੇ ਸਮੁੰਦਰ ਦੇ ਵਿੱਚ ਦਾਖਲ ਹੋ ਜਾਓ, ਉੱਥੇ ਭਾਵੇਂ ਹਜ਼ਾਰਾਂ ਕੋਈ ਜਾਲ ਪਾ ਦੇ ਮੱਛੀ ਨੂੰ ਨਹੀਂ ਪਕੜ ਸਕਦਾ, ਕਿਉਂਕਿ ਸਾਗਰ ਸਮੁੰਦਰ ਹੈ ਹੀ ਬੜਾ ਵਿਸ਼ਾਲ। ਹੁਣ ਇਸ ਸ਼ਲੋਕ ਦਾ ਭਾਵ ਵੀ ਜੇ ਵਿਚਾਰੀਏ, ਵਿਚਾਰਨ ਦਾ ਯਤਨ ਕਰੀਏ, ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਥੋਰੈ ਜਲ ਮਾਛਲੀ। ਹੁਣ ਮਨੁੱਖ ਨੂੰ ਲੱਗਦਾ ਹੈ ਕਿ ਇਹ ਜੀਵਨ ਹੈ, ਇਸ ਜੀਵਨ ਦੇ ਵਿੱਚ ਜਿਹੜੇ ਭੋਗਾਂ ਦੇ ਰਸ ਨੇ ਇਹੀ ਸਭ ਤੋਂ ਵੱਡੇ ਨੇ, ਪਰ ਇਹ ਨਹੀਂ ਜੇ ਪਤਾ ਕਿ ਇਹਨਾਂ ਜਿਹੜੇ ਭੋਗਾਂ ਦੇ ਵਿਸ਼ਿਆਂ ਦੇ ਰਸ ਨੇ ਇਹ ਛੱਪੜੀ ਦੇ ਵਰਗੇ ਹਨ, ਭਾਵ ਕਿ ਥੋੜ੍ਹੇ ਜਿਹੇ ਸਮੇਂ ਦੇ ਹਨ, ਬਾਰ-ਬਾਰ ਘਟਦੇ ਹਨ, ਬਾਰ-ਬਾਰ ਗ੍ਰਹਿਣ ਕਰਦੇ ਪੈਂਦੇ ਹਨ, ਬਾਰ-ਬਾਰ ਇਹਨਾਂ ਨੂੰ ਸੰਚਣਾ ਪੈਂਦਾ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਫਿਰ ਇਹਨਾਂ ਥੋੜ੍ਹੇ ਜਲਾਂ ਦੇ ਵਿੱਚ, ਭਾਵ ਕਿ ਜਿਹੜੇ ਦੁਨੀਆ ਦੇ ਹੀਣੇ ਰਸ ਹਨ ਉਹਨਾਂ ਦੇ ਛੋਟੇ ਜਿਹੇ ਤਲਾਬ ਦੇ ਵਿੱਚ ਪੈ ਕੇ ਰਸ ਮਾਣਦੇ ਰਹਿਣਾ। ਤੇ ਇਹ ਵੀ ਗੱਲ ਰੱਖਣ ਯੋਗ ਹੈ ਕਿ ਝੀਵਰ ਮੇਲਿਓ ਜਾਲ, ਅਤੇ ਕਾਲ ਦੀ ਮਾਰ ਉਹਨਾਂ ਭੋਗਾਂ ਦੇ ਉੱਪਰ ਜ਼ਿਆਦਾ ਪੈਂਦੀ ਹੈ। ਜ਼ਿਆਦਾ ਜੀਵ ਖੁਆਰ ਹੁੰਦੇ ਹਨ ਦੁਨਿਆਵੀ ਭੋਗਾਂ ਵਿੱਚ ਖੱਡ ਕੇ, ਅਤੇ ਇਸ ਕਰਕੇ ਦੁਨਿਆਵੀ ਭੋਗਾਂ ਵਾਲਾ ਜੀਵਨ ਛੱਡ ਕੇ, ਦੁਨਿਆਵੀ ਰਸਾਂ ਕਸਾਂ ਵਾਲਾ ਜੀਵਨ ਛੱਡ ਕੇ ਜੇ ਪਰਮ ਰਸ, ਨਾਮ ਰਸ ਵਾਲਾ, ਪਰਮ ਰਸ ਵਾਲਾ ਜਿਹੜਾ ਸਮੁੰਦਰ ਹੈ, ਭਾਵ ਕਿ ਪ੍ਰਭੂ ਦੀ ਕੀਰਤੀ ਕਰਦਿਆਂ ਹੋਇਆਂ ਉਹਦੇ ਸਰੂਪ ਵਿੱਚ ਭੇਦ ਹੋ ਕੇ ਸਮੁੰਦਰ ਰੂਪ ਹੋ ਜਾਣਾ, ਤਾਂ ਕਹਿੰਦੇ ਉੱਥੇ ਕਾਲ ਦੀ ਮਾਰ ਨਹੀਂ ਵਿਆਪੇਗੀ, ਭਾਵ ਕਿ ਜਿਹੜਾ ਝੀਵਰ ਹੈ ਉਹ ਜਿਹੜਾ ਹੈ ਮੱਛੀ ਪਕੜਨ ਵਾਲਾ ਉਹ ਜੀਵ ਨੂੰ ਨਹੀਂ ਪਕੜ ਸਕੇਗਾ। ਹੁਣ ਜਿਵੇਂ ਜਾਲ ਜਿਹੜਾ ਹੁੰਦਾ ਉਹਦੇ ਵਿੱਚ ਛੋਟੀਆਂ ਮੱਛੀਆਂ ਅਕਸਰ ਜ਼ਿਆਦਾ ਪਕੜੀਆਂ ਜਾਂਦੀਆਂ, ਵੱਡੀ ਮੱਛੀ ਕਈ ਵਾਰੀ ਪਕੜੀ ਵੀ ਜਾਵੇ ਨਾ ਤਾਂ ਉਹ ਨਿਕਲ ਜਾਂਦੀ ਹੈ। ਦੂਜੀ ਗੱਲ, ਜਿਹੜੀ ਸ਼ਿਕਾਰੀ ਦੀ ਮਾਰ ਹੈ ਉਹ ਨਿੱਕੇ ਜਿਹੇ ਤਲਾਬ ਤੱਕ ਹੀ ਹੈ, ਜਿਹੜੀ ਨਿੱਕੇ ਜਿਹੇ ਤਲਾਬ ਤੱਕ ਹੀ ਹੈ, ਸਮੁੰਦਰ ਤੱਕ ਜਿਹੜੀ ਮਛੇਰੇ ਦੀ ਮਾਰ ਨਹੀਂ ਹੈ। ਅਤੇ ਅਗਰ ਸਮੁੰਦਰ ਦੇ ਵਿੱਚ ਮਛੇਰਾ ਮਾਰ ਵੀ ਕਰੇਗਾ ਤਾਂ ਸਮੁੰਦਰ ਦੇ ਵਿੱਚ ਮੱਛੀ ਦੇ ਕੋਲੋਂ ਇੱਕ ਆਪਸ਼ਨ ਹੈ ਕਿ ਉਹ ਜਿੱਧਰ ਨੂੰ ਮਰਜ਼ੀ ਨਿਕਲ ਸਕਦੀ ਹੈ। ਤਾਂ ਇਸੇ ਪ੍ਰਕਾਰ ਭਗਤ ਕਬੀਰ ਸਾਹਿਬ ਜੀ ਕਹਿੰਦੇ ਅਗਰ ਦੁਨਿਆਵੀ ਭੋਗਾਂ ਵਿੱਚ ਫਸੇ ਹੋਏ ਹਾਂ ਤਾਂ ਇਹੀ ਭੋਗ ਜਾਲ ਬਣ ਜਾਣਗੇ। ਗੁਰਬਾਣੀ 'ਚ ਨਾ ਇੱਕ ਵਾਕ ਆਉਂਦੇ ਹਨ, ਮਛਲੀ ਜਾਲ ਨਾ ਜਾਣਿਆ ਸਰ ਖਾਰਾ ਅਸਗਾਓ, ਕੀਤੇ ਕਾਰਨ ਟਪਾਕੜੀ ਕਾਲ ਨਾ ਠਰੈ ਸਿਰਾ ਹੋ ਜਾ। ਗੁਰਬਾਣੀ 'ਚ ਵਾਕ ਆਉਂਦੇ ਨੇ, ਭਾਈ ਇਉਂ ਸਿਰ ਜਾਣੋ ਕਾਲ, ਜਿਉ ਮੱਛੀ ਤਿਉ ਮਾਨਸਾ ਪਵੈ ਚਿੰਤਾ ਜਾਲ। ਹੁਣ ਭਗਤ ਕਬੀਰ ਸਾਹਿਬ ਜੀ ਕਹਿੰਦੇ ਕੀਤੇ ਕਾਰਨ ਪਾਕੜੀ। ਹੁਣ ਉਦਾਹਰਨ ਦੇ ਤੌਰ 'ਤੇ ਸ਼ਿਕਾਰੀ ਨੇ ਆਪਣੀ ਕੁੰਡੀ ਲਗਾ ਕੇ ਪਾਣੀ ਅੰਦਰ ਪਾ ਦਿੱਤੀ, ਇਹ ਤਾਂ ਸ਼ਿਕਾਰੀ ਦਾ ਯਤਨ ਹੈ ਨਾ। ਹੁਣ ਮੱਛੀ ਹੈ, ਉਹਨੇ ਇੱਕ ਜਿਹੜਾ ਉਹਦੇ ਕੁੰਡੀ ਅੱਗੇ ਗੰਡੋਆ ਲੱਗਾ ਹੋਇਆ ਹੈ, ਉਹਦੇ ਸਵਾਦ ਕਰਕੇ ਕੁੰਡੀ ਆਪਣੇ ਮੁੱਖ 'ਚ ਵਸਾ ਕੇ ਆਪਣੀ ਜੀਵਨ ਤੋਂ ਹੱਥ ਧੋ ਲੈਣੇ ਨੇ, ਕਿ ਜਾਂ ਉਹਦੇ ਇੱਕ ਸਵਾਦ ਤੋਂ ਉਪਰਾਮ ਰਹਿ ਕੇ ਕੁੰਡੀ ਦੀ ਮਾਰ ਤੋਂ ਬਚ ਜਾਣਾ, ਇਹ ਮੱਛੀ ਦੇ ਉੱਪਰ ਨਿਰਭਰ ਹੈ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਸੇ ਪ੍ਰਕਾਰ ਥੋੜ੍ਹਾ ਜਲ ਮਾਛਲੀ, ਜਦੋਂ ਥੋੜ੍ਹੇ ਦੁਨਿਆਵੀ ਜੇ ਭੋਗਾਂ 'ਚ ਫਸਿਆ ਹੁੰਦਾ ਬੰਦਾ ਨੂੰ ਲੱਗਦਾ ਕਿ ਆਹ ਵਕਾਰ ਦਾ ਰਸ ਬੜਾ ਚੰਗਾ ਹੈ, ਕਹਿੰਦੇ ਉਸੇ ਨੂੰ ਭੱਜਣ ਲੱਗਿਆਂ ਉਹਦੇ ਜੀਵਨ ਦਾ ਸਾਰਾ ਵਿਨਾਸ਼ ਕਾਲ ਹੋ ਜਾਂਦਾ। ਜਿਵੇਂ ਗੁਰਬਾਣੀ 'ਚ ਵਾਕ ਆਉਂਦਾ, ਨਿਮਖ ਕਾਮ ਸਵਾਦ ਕਾਰਨ ਕੋੜ ਦਿਨ ਦੁੱਖ ਪਾਵੈ, ਕਿ ਬਸ ਥੋੜ੍ਹੇ ਜਿਹੇ ਸਮੇਂ ਦਾ ਅਲਪ ਸਵਾਦ ਹੈ ਕਾਮ ਵਾਸਨਾ ਦੇ ਅਧੀਨ। ਕਹਿੰਦੇ ਮੁੜ ਕੇ ਜੀਵਨ ਦੀ ਇਹੋ ਜਿਹੀ ਜਹਾਲਤ, ਇਹੋ ਜਿਹੀ ਗਿਰਾਵਟ ਪੈਦਾ ਕਰਦਾ ਹੈ ਕਿ ਸਾਰੀ ਜ਼ਿੰਦਗੀ ਮਨੁੱਖ ਦੀ ਭਰਪਾਈ ਨਹੀਂ ਕਰ ਸਕਦਾ। ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਵਕਾਰਾਂ ਦੇ ਜਿਹੜੇ ਟੋਆ ਤਲਾਬ ਹੈ ਨਾ, ਜੇ ਜੀਵ ਇਹਦੇ ਵਿੱਚ ਰਹੇਗਾ, ਪਹਿਲੀ ਗੱਲ ਤਾਂ ਛੋਟਾ ਇਹਦੇ ਵਿੱਚ ਪਕੜਿਆ ਜਾਏਗਾ, ਪਰ ਜੇ ਵਕਾਰਾਂ ਤੋਂ ਮੁਕਤ ਹੋ ਕੇ ਪਰਮੇਸ਼ਰ ਦੇ ਨਿਰਮਲ ਸਰੂਪ ਦੇ ਵਿੱਚ ਭੇਦ ਹੋ ਜਾਏਗਾ ਤਾਂ ਉੱਥੇ ਜਿਹੜੇ ਜੀਵ ਦੀ ਕਾਲ ਦੀ ਮਾਰ ਹੈ ਤੈਨੂੰ ਨਹੀਂ ਪੋ ਸਕੇਗੀ, ਤੂੰ ਨਿਰਲੇਪ ਰਹੇਗਾ। ਇਸ ਕਰਕੇ ਇਸ ਗੱਲ ਦੇ ਵਿੱਚ ਇੱਕ ਹੋਰ ਵੀ ਭਾਵ ਇਹ ਹੈ, ਜਦੋਂ ਭਗਤ ਕਬੀਰ ਸਾਹਿਬ ਜੀ ਨੇ ਕਿਹਾ ਥੋੜ੍ਹਾ ਜਲ, ਕਿ ਜਦੋਂ ਸਾਡਾ ਯਤਨ ਛੋਟਾ ਹੁੰਦਾ ਭਗਤੀ ਦਾ, ਕਿ ਭਾਵ ਜ਼ਿੰਦਗੀ ਸਾਡੀ 100 ਸਾਲ ਦੀ ਹੈ, ਬੰਦਗੀ ਸਾਡੀ ਸਾਰੀ 5-7 ਸਾਲ ਦੀ ਹੈ। ਕਹਿੰਦੇ ਜਦੋਂ ਇਉਂ ਵੀ ਛੋਟਾ ਹੁੰਦਾ ਮਨੁੱਖ, ਉਦੋਂ ਵੀ ਕਾਲ ਦੀ ਮਾਰ ਉਹਦੇ 'ਤੇ ਪੈ ਜਾਂਦੀ ਹੈ। ਇਸ ਕਰਕੇ ਆਪਣੇ ਆਪ ਨੂੰ ਸਮੁੰਦਰ ਜਿੱਡਾ ਕਰ ਲਓ ਕਿ ਜਿੰਨਾ ਵੱਡਾ ਜੀਵਨ ਹੈ
ਉਹਨਾਂ ਵੱਡਾ ਬੰਦਗੀ ਦਾ ਧਨ ਇਕੱਤਰਿਤ ਕਰ ਲਿਆ ਜਾਵੇ ਤਾਂ ਭਗਤ ਕਬੀਰ ਸਾਹਿਬ ਜੀ ਕਹਿੰਦੇ ਇਹ ਟੋਗ ਨੇ, ਇਹ ਜਿਹੜੇ ਨਿੱਕੇ ਨਿੱਕੇ ਟੋਏ ਆ ਨੇ ਇਹਨਾਂ ਦੇ ਨਾਲ ਨਹੀਂ ਬੰਦਾ ਬਚਣ ਵਾਲਾ। ਸਮੁੰਦਰ 'ਚ ਜਾਏਗਾ ਤਾਂ ਬਚੇਗਾ। ਮੱਛੀ ਦਾ ਬਚਣ ਦਾ ਕਾਲ ਸਮੁੰਦਰ ਵਿੱਚ ਜਾਣ ਕਰਕੇ, ਇਸ ਕਰਕੇ ਜਿੰਨਾ ਚਿਰ, ਇੱਕ ਹੋਰ ਵੀ ਭਾਵ ਇਹਦਾ, ਇਹ ਢੋਗਣਾ ਦਾ ਭਾਵ ਕਿ ਜਿੰਨਾ ਚਿਰ ਮਨੁੱਖ ਆ ਸਰੀਰਾਂ ਵਾਲੇ ਆਕਾਰਾਂ ਦੇ ਵਿੱਚ ਭਟਕਦਾ ਰਹੇਗਾ ਉਹਨਾਂ ਚਿਰ ਕਾਲ ਦੀ ਮਾਰ ਦੇ ਤਹਿਤ ਰਹੇਗਾ। ਜਦੋਂ ਆਕਾਰ ਤੋਂ, ਰਚਨਾ ਤੋਂ, ਰੂਪ ਤੋਂ ਮੁਕਤ ਹੋ ਗਿਆ ਤਾਂ ਫਿਰ ਕਿਸੇ ਪ੍ਰਕਾਰ ਵੀ ਇਹਨੂੰ ਕਾਲ ਦੀ ਮਾਰ ਨਹੀਂ ਪਹੁੰਚ ਸਕੇਗੀ। ਇਸ ਪ੍ਰਕਾਰ ਭਗਤ ਕਬੀਰ ਸਾਹਿਬ ਜੀ 4 ਸਲੋਕਾਂ ਦੁਆਰਾ ਸਾਨੂੰ ਅੱਜ ਬਖਸ਼ਿਸ਼ ਕਰਕੇ ਨਵਾਜਦੇ ਹਨ ਕਿ ਜਦੋਂ ਅਧਿਆਤਮਿਕ ਮਾਰਗ 'ਤੇ ਚੱਲਣਾ ਤਾਂ ਸਭ ਤੋਂ ਪਹਿਲਾਂ ਇਸ ਗੱਲ ਦੀ ਚਿੰਤਾ ਛੱਡ ਦਿਓ ਕਿ ਲੋਕ ਕੀ ਕਹਿਣਗੇ ਜਾਂ ਲੋਕ ਕਿਸ ਪ੍ਰਕਾਰ ਕਿਵੇਂ ਆਖਦੇ ਨੇ। ਬਿਲਕੁਲ ਨਿਰਲੇਪ ਹੋ ਕੇ ਪ੍ਰਭੂ ਮਾਰਗ 'ਤੇ ਚੱਲਣਾ। ਇਸੇ ਪ੍ਰਕਾਰ ਜਿਹੜਾ ਸਰੀਰ ਰੂਪ ਹੈ ਉਹ ਜਲਣਯੋਗ ਹੈ, ਪਰ ਆਤਮਾ ਨੂੰ ਨਾ ਕੋਈ ਸ਼ਸਤਰ ਕੱਟ ਸਕਦਾ, ਨਾ ਕੋਈ ਜਲਾ ਸਕਦਾ। ਇਸ ਕਰਕੇ ਆਤਮ ਸਰੂਪ ਵਿੱਚ ਅਭੇਦ ਹੋਣ ਦਾ ਯਤਨ ਕਰੋ। ਜਿਹੜਾ ਜੀਵਨ ਹੈ ਆਤਮਾ ਜੋਗੀ ਰੂਪ ਦੇ ਵਿੱਚ ਖੱਪੜ ਸਾਰਾ ਵਿਨਸ ਜਾਂਦਾ ਹੈ। ਇਸ ਕਰਕੇ ਆਪਣੇ ਪਰਮ ਤੱਤ ਤੱਕ ਪਹੁੰਚਣਾ ਸਾਡਾ ਪਰਮ ਮਨੋਰਥ ਹੈ ਅਤੇ ਜੀਵਨ ਦੇ ਵਿੱਚ ਵਿਕਾਰਾਂ ਦੇ ਛੋਟੇ ਰਸਾਂ ਕਰਕੇ ਕਾਲ ਦਾ ਸ਼ਿਕਾਰ ਬਣਨ ਦੀ ਬਜਾਏ ਪ੍ਰਭੂ ਮਾਰਗ ਦੀ ਸਿਫਤ ਸਲਾਹ ਦਾ ਜੀਵਨ ਧਾਰਨ ਕਰਕੇ ਸਮੁੰਦਰ ਰੂਪ ਹੋ ਕੇ ਕਾਲ ਦੀ ਮਾਰ ਤੋਂ ਮੁਕਤ ਹੋ ਜਾਈਏ। ਇਸ ਪ੍ਰਕਾਰ ਸਾਨੂੰ ਭਗਤ ਕਬੀਰ ਸਾਹਿਬ ਜੀ 4 ਸਲੋਕਾਂ ਦੁਆਰਾ ਬਖਸ਼ਿਸ਼ ਕਰਦੇ ਹਨ। ਕਿਰਪਾ ਕਰਨ ਸਲੋਕਾਂ ਦਾ ਭਾਵ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦਿਆਂ ਅੰਦਰ ਵਸ ਜਾਏ ਜੀ। ਸਾਰਿਆਂ ਦਾ ਇੱਥੇ ਆਇਆ ਸਫਲ ਹੋਵੇ ਜੀ। ਪਾਵਨ ਬਾਣੀ ਦੀ ਲੜੀਵਾਰ ਵਿਆਖਿਆ ਦੀ ਆਪ ਜੀ ਦੇ ਨਾਲ ਸਾਂਝ ਪਾਉਂਦੇ ਹਾਂ। ਵਿਚਾਰ ਰੂਪ ਦੇ ਵਿੱਚ, ਸੇਵਾ ਰੂਪ ਦੇ ਵਿੱਚ ਵਿਆਖਿਆ ਦਾ ਯਤਨ ਆਪ ਦੇ ਸਨਮੁਖ ਰੱਖਦਿਆਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਜਾਚਨਾ ਜੀ। ਬੜੇ ਅਦਬ ਸਹਿਤ ਗੱਜ ਕੇ ਫਤਿਹ ਅਰਜ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।